7 अक्तूबर 1930। खाना शहर लाहौर वाला जिस दियां कोठियां गणो तो हैन 40 दो चार कैदी नित आमदे ने कोई रोज न जानदा मूल खाली भी हो गया। आ ਵੱਡੇ ਸਾਹਿਬ ਦਾ ਹੁਕਮ ਹੋਇਆ ਹੈ ਵੀ ਇਹਨਾਂ ਤਿੰਨਾਂ ਕੋਠੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ। ਸੁਣੇ ਵੀ ਇਹਨਾਂ ਚ ਕੁਝ ਖਾਸ ਕੈਦੀਆਂ ਨੇ ਰਹਿਣ ਆਉਣਾ। ਲੋ ਰਹਿਣ ਆਉਣਾ ਹੋ ਰਹਿਣ ਆਉਣਾ ਤਾਂ ਆਖਦੇ ਆ ਵੀ ਜਿੱਦਾਂ ਇਹਨਾਂ ਨੇ ਸਾਰੀ ਉਮਰ ਇੱਥੇ ਕੱਟਣੀ ਹੋਵੇ। ਓਏ ਕਿਹੜਾ ਵੱਡੇ ਸਾਹਿਬ ਦੀ ਕੋਠੀ ਹੈ, ਓਏ ਤਾਂ ਕਾਲ ਕੋਠੜੀਆਂ ਨੇ, ਕਾਲ ਕੋਠੜੀਆਂ। ਨਾਲੇ ਇੱਥੇ ਪਿਆ ਬੰਦਾ ਘੱਟਾ ਵੇਖੂਗਾ। ਓਏ ਉਹਨੂੰ ਤਾਂ ਐ ਹੁੰਦਾ ਵੀ ਕਿਹੜੀ ਘੜੀ ਹੈਗੇ ਆ ਤੇ ਕਿਹੜੀ ਘੜੀ ਨਹੀਂ। ਚਲੋ ਆਪਾਂ ਨੂੰ ਤੇ ਕੀ ਹੈ, ਵੱਡੇ ਸਾਹਿਬ ਦਾ ਹੁਕਮ ਹੋਇਆ ਆਪਾਂ ਕਰ ਦੇਣਾ। ਆਪਾਂ ਪਹਿਲਾਂ ਵੀ ਕਰਦੇ ਸੀ। ਓਏ ਬੋਗਿਆ, ਓ ਸਫਾਈ ਵੀ ਕਰਦਾ ਕਿ ਗੱਲਾਂ ਹੀ ਮਾਰੀ ਜਾਂਦਾ। ਓ ਛੇਤੀ ਕਰ, ਖਾਨ ਸਾਹਿਬ ਆਉਣ ਵਾਲੇ ਨੇ। ਮੈਂ ਕਿਹਾ ਜੀ ਜਮਾ ਹੀ ਲਿਸ਼ਕਾ ਦੂੰ, ਪਰ ਇੱਥੇ ਕਿੰਨੇ ਆਏ ਤੇ ਕਿੰਨੇ ਹੀ ਗਏ ਜੀ। ਪਹਿਲਾਂ ਤਾਂ ਐਵੇਂ ਇੱਥੇ ਭਾਜੜਾ ਜੀਆਂ ਪਈਆਂ ਨਹੀਂ ਜੀ। ਉਹ ਤੈਨੂੰ ਪਤਾ ਇਹਨਾਂ ਕੋਠੀਆਂ 'ਚ ਕਿਹਨੇ ਆਉਣਾ ਭਲਾ? ਕਿਹਨੇ ਆਉਣਾ ਜੀ? ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਸੁਖਦੇਵ ਤੇ ਰਾਜਗੁਰੂ ਨੇ। ਉਹ ਟ੍ਰਿਬਿਊਨਲ ਨੇ ਇੱਕ ਤਰਫਾ ਫੈਸਲਾ ਕਰਤਾ ਬੁੱਗਿਆ। ਪਰ ਐਸੇ ਨੇ ਮਾਈ ਦੇ ਲਾਲ ਅਦਾਲਤ 'ਚ ਪੈਰ ਨਹੀਂ ਪਾਇਆ, ਬਾਈਕਾਟ ਕਰਤਾ, ਬਾਈਕਾਟ। ਕਹਿੰਦੇ ਅੰਗਰੇਜ਼ਾਂ ਦੀ ਅਦਾਲਤ 'ਚ ਇਨਸਾਫ ਨਹੀਂ ਹੈਗਾ ਤਾਂ ਮੌਤ ਕਬੂਲੀ। ਨਾ ਫਿਰ ਜੀ ਇੱਥੇ ਇਹਨਾਂ ਨੂੰ ਇਨਸਾਫ ਮਿਲ ਜੂਗਾ? ਓਏ ਇਨਸਾਫ ਨਹੀਂ ਮਿਲ ਜੂ। ਤੈਨੂੰ ਪਤਾ ਹੈ ਪੂਰੇ ਦੇਸ਼ ਦੇ ਵਿੱਚ ਜਲਸੇ ਜਲੂਸ ਨਿਕਲ ਰਿਹਾ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਨਾ ਦਿੱਤੀ ਜਾਵੇ, ਤੇ ਇੱਧਰ ਆਪਣੇ ਜੇਲ੍ਹ ਅਧਿਕਾਰੀ ਡਰਦੇ ਨੇ ਕਿ ਇਹਨਾਂ ਤੇ ਕੋਈ ਗੱਲ ਨਾ ਆ ਜਾਵੇ। ਓਏ ਇਹਨਾਂ ਦਾ ਕੀ ਪਤਾ ਗੁੱਗਿਆ, ਜੇ ਅੜ ਜਾਣ ਤਾਂ ਨਿੱਕੀ ਜਿਹੀ ਗੱਲ ਤੇ ਅੜ ਜਾਣ ਕਿ ਸਾਨੂੰ ਖਾਣਾ ਨਹੀਂ ਚੰਗਾ ਮਿਲਦਾ, ਸਾਨੂੰ ਕਿਤਾਬਾਂ ਨਹੀਂ ਮਿਲਦੀਆਂ, ਸਾਨੂੰ ਆਹ ਸਹੂਲਤ ਚਾਹੀਦੀ ਆ, ਸਾਨੂੰ ਉਹ ਸਹੂਲਤ ਚਾਹੀਦੀ ਆ। ਦੇਖਿਆ ਨਹੀਂ ਤੂੰ ਅੰਮੀ ਵਾਲੀ ਜੇਲ੍ਹ ਦੇ ਵਿੱਚ ਕੀ ਸਿਆਪਾ ਪਾਤਾ ਸੀ ਇਹਨਾਂ ਨੇ? ਕੀ ਕਰਤਾ ਸੀਗਾ ਜੀ? ਓਏ ਪੂਰੇ 114 ਦਿਨ ਦੀ ਭੁੱਖ ਹੜਤਾਲ ਕਰਤੀ ਸੀ ਇਹਨਾਂ ਨੇ। ਤੇ ਇਹਦੇ 'ਚ ਇਹਨਾਂ ਦਾ ਸਾਥੀ ਜਤਿੰਦਰ ਨਾਥ ਦਮ ਤੋੜ ਗਿਆ ਸੀ। ਫਿਰ ਤਾਂ ਬੜੇ ਕੱਬੇ ਨੇ ਜੀ। ਓਏ ਕੱਬੇ ਹੀ ਨਹੀਂ ਹੈਗੇ, ਖੁਖਾਰ ਵੀ ਬੜੇ ਨੇ। ਆ ਵੇਖਿਆ ਨਹੀਂ ਸਾਂਡਰਸ ਦਾ ਕਿਵੇਂ ਘੋਗਾ ਚੱਤ ਕਰਤਾ ਸੀ ਇਹਨਾਂ ਨੇ। ਨਾ ਭਲਾ ਫਿਰ ਉਹਨਾਂ ਤੋਂ ਕੀ ਗਲਤੀ ਹੋ ਗਈ ਸੀਗੀ ਜੀ? ਓਏ ਲਾਲਾ ਲਾਜਪਤ ਰਾਏ ਮਰ ਗਿਆ ਸੀ ਨਾ ਡੈਕਟੀ ਦੀਆਂ ਡਾਂਗਾਂ ਨਾਲ। ਕਹਿੰਦੇ ਬਦਲਾ ਜ਼ਰੂਰ ਲੈਣਾ। ਹੋ ਬੱਲੇ ਓ ਸ਼ੇਰ ਬੱਚਿਓ। ਓਏ ਚੁੱਪ ਕਰ ਜਾ, ਨੌਕਰੀ ਕਰਨ ਦਾ ਇਰਾਦਾ ਹੈ ਤੇਰਾ? ਮੈਂ ਤਾਂ ਉਹ ਗੱਲ ਕੀਤੀ ਆ ਜੀ, ਮੈਨੂੰ ਤਾਂ ਹੁਕਮ ਹੋਇਆ ਉਤੋਂ ਸਫਾਈ ਦਾ। ਆਪਾਂ ਕਰਦੇ ਰਹਿਣਾ, ਆਪਾਂ ਪਹਿਲਾਂ ਵੀ ਕਰਦੇ ਆਏ ਆ ਜੀ, ਆਪਾਂ ਹੁਣ ਵੀ ਕਰ। ਓਏ ਚੁੱਪ ਕਰ ਜਾ, ਕੰਮ ਕਰ ਆਪਦਾ, ਮੈਨੂੰ ਵੀ ਮਰਵਾਏਗਾ। ਠੀਕ ਹੈ ਕੰਮ ਕਰੀ। ਕੀ ਗੱਲ ਖਾਨ ਸਾਹਿਬ, ਤੁਸੀਂ ਬੜੇ ਗਮਗੀਨ ਜਿਹੇ ਨਜ਼ਰ ਆ ਰਹੇ ਹੋ। ਸਾਡੇ ਕੋਲੋਂ ਤਾਂ ਨਹੀਂ ਕੋਈ ਗਲਤੀ ਹੋ ਗਈ, ਪਰ ਵੇਖੋ ਮੈਂ ਤੇ ਮੇਰੇ ਸਾਥੀ ਤਾਂ ਤੁਹਾਡੇ ਦਿੱਤੇ ਸਹਿਯੋਗ ਲਈ ਤੁਹਾਡੇ ਬੜੇ ਸ਼ੁਕਰਗੁਜ਼ਾਰ। ਭਗਤ ਸਿੰਘ, ਤੁਸੀਂ ਦੇਸ਼ ਦੇ ਬਹਾਦਰ ਤੇ ਆਲਾ ਸੰਗਰਾਮੀ ਹੋ। ਉਹ ਤੁਹਾਡੀ ਲਿਆਕਤ ਇਨਸਾਨੀ ਦੀ ਦਾਤ ਤਾਂ ਦੁਸ਼ਮਣ ਵੀ ਦਿੰਦੇ ਨੇ, ਪਰ ਬਰਖੁਰਦਾਰ ਇਹ ਉਮਰ ਇਸ ਸਜ਼ਾ ਦੇ ਕਾਬਿਲ ਨਹੀਂ। ਖਾਨ ਸਾਹਿਬ, ਇਹ ਕਾਰਨਾਮੇ ਤਾਂ ਜੋਬਨ ਉੱਤੇ ਹੀ ਹੋ ਸਕਦੇ ਨੇ, ਨਹੀਂ ਤਾਂ ਇਹਨਾਂ ਬੁੱਢੇ ਲੀਡਰਾਂ 'ਚ ਮਰਨ ਦਾ ਹੌਸਲਾ ਕਿੱਥੇ? ਇਹ ਤਾਂ ਬਸ ਗੋਲਮੇਜ਼ ਕਾਨਫਰੰਸਾਂ ਕਰਨ ਜੋਗੇ ਹੀ ਨੇ। ਇਹ ਕੰਮ ਤਾਂ ਸਾਡੇ ਨੌਜਵਾਨਾਂ ਦੇ ਹਿੱਸੇ ਹੈ। ਪਰ ਦੇਸ਼ ਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ ਲੋੜ ਹੈ ਭਗਤ ਸਿੰਘ। ਅਸੀਂ ਦੇਸ਼ ਦੀ ਲੋੜ ਹੀ ਤਾਂ ਪੂਰ ਰਹੇ ਹਾਂ। ਮਰ ਕੇ ਨਹੀਂ, ਜਿਉਂਕਿ ਅਸੀਂ ਆਪਣੇ ਹਿੱਸੇ ਦਾ ਕੰਮ ਮੁਕਾ ਚੱਲੇ ਤੇ ਆਉਣ ਵਾਲੀਆਂ ਨਸਲਾਂ ਆਪਣਾ ਕੰਮ ਕਰਨਗੀਆਂ। ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਭਗਤ ਸਿੰਘ, ਪਰ ਫਿਰ ਵੀ
ਮੈਂ ਤੁਹਾਨੂੰ ਵਕੀਲ ਕਰਨ ਦੀ ਸਲਾਹ ਦੇਵਾਂਗਾ। ਤੁਹਾਡੀ ਹਮਦਰਦੀ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਪਰ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਸਾਨੂੰ ਕੀ ਕਰਨ ਦੀ ਸਲਾਹ ਦੇ ਰਹੇ ਹੋ। ਅਸਲ 'ਚ ਤੁਸੀਂ ਸਾਡੇ ਮਕਸਦ ਨੂੰ ਨਹੀਂ ਸਮਝ ਸਕੇ। ਅਸੀਂ ਗੋਰੀ ਹਕੂਮਤ ਦੀ ਕਾਰਵਾਈ ਇਸ ਲਈ ਥੋੜਾ ਰੋਕਾ ਪਾ ਰਹੇ ਸਾਂ ਕਿ ਸਾਡੀ ਫਾਂਸੀ ਦੀ ਸਜ਼ਾ ਟਲ ਜੇ। ਅਸੀਂ ਤਾਂ ਆਪਣੇ ਢੰਗ ਦੇ ਨਾਲ ਕੌਮੀ ਜਾਗਰਤੀ ਦਾ ਪ੍ਰਚਾਰ ਕਰ ਰਹੇ ਸੀ। ਇਹ ਜਿਹੜੀ ਗੋਰੀ ਹਕੂਮਤ ਹੈ ਨਾ, ਇਹਦੀ ਖਿੱਲੀ ਉਡਾ ਰਹੇ ਸੀ। ਓਹੋ ਨਹੀਂ ਨਹੀਂ ਭਗਤ ਸਿੰਘ, ਮੇਰਾ ਇਹ ਮਤਲਬ ਨਹੀਂ ਸੀ। ਮੈਂ ਜਾਣਦਾ ਖਾਨ ਸਾਹਿਬ ਤੁਹਾਡਾ ਕੀ ਮਤਲਬ ਸੀ, ਪਰ ਤੁਸੀਂ ਸਾਨੂੰ ਦੁਸ਼ਮਣ ਤੋਂ ਭੀਖ ਮੰਗਣ ਦੀ ਸਲਾਹ ਤਾਂ ਬਿਲਕੁਲ ਨਾ ਦਿਓ। ਅਸੀਂ ਤਾਂ ਆਜ਼ਾਦੀ ਦੇ ਪਰਵਾਨੇ ਹਾਂ। ਜੇ ਅੱਜ ਅਸੀਂ ਕਮਜ਼ੋਰੀ ਵਿਖਾ ਗਏ ਤਾਂ ਆਉਣ ਵਾਲੀਆਂ ਨਸਲਾਂ ਕਦੇ ਸਾਨੂੰ ਮਾਫ ਨਹੀਂ ਕਰਨਗੀਆਂ। ਮੈਂ ਤੁਹਾਨੂੰ ਨਹੀਂ ਸਮਝਾ ਸਕਦਾ ਭਗਤ ਸਿੰਘ, ਬਲਕਿ ਜੇਲਰ ਹੋਣ ਦੇ ਨਾਤੇ ਜੋ ਕੁਝ ਵੀ ਮੈਂ ਕਹਿ ਰਿਹਾ ਵਾਂ ਇਹ ਕਾਨੂੰਨ ਦੀ ਨਜ਼ਰ ਦੇ ਵਿੱਚ ਸੰਗੀਨ ਜ਼ੁਰਮ ਹੈ। ਮੈਂ ਤਾਂ ਪਹਿਲਾਂ ਹੀ ਬਹੁਤ ਕੁਝ ਕਹਿ ਚੁੱਕਾ ਹਾਂ। ਓਏ ਮੈਂ ਤਾਂ ਇਹ ਸੋਚ ਕੇ ਕੰਮ ਜਾਣਾ ਕਿ ਜਿਸ ਜੇਲ੍ਹ ਦੇ ਵਿੱਚ ਤੁਹਾਨੂੰ ਫਾਂਸੀ ਦੀ ਸਜ਼ਾ ਹੋਣੀ ਆ ਵੀ ਉਹਦਾ ਜੇਲਰ ਮੈਂ ਹੋਵਾਂ। ਉਹ ਨਹੀਂ ਨਹੀਂ ਬਰਖੁਰਦਾਰ, ਜਰਾ ਠੰਡੇ ਦਿਲ ਨਾਲ ਸੋਚੋ। ਖਾਨ ਸਾਹਿਬ, ਫਿਲਹਾਲ ਤੇ ਮੇਰੀਆਂ ਕੁਝ ਕਿਤਾਬਾਂ ਬੈਰਕ 'ਚ ਰਹਿ ਗਈਆਂ ਨੇ। ਜੇ ਤੁਸੀਂ ਮੇਰੇ ਤੱਕ ਉਹ ਪੁੱਛਦੀਆਂ ਕਰਦੇ ਹੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਏਗੀ। ਹੱਸਾਂ ਮੌਤ ਨੂੰ ਗਲੇ ਹੈ ਲਾਇਆ ਕਿ ਲੋਕਾਂ ਵਿੱਚ ਜਿੰਦ ਪੈ ਜਾਵੇ। ਹੱਸਾਂ ਮੌਤ ਨੂੰ ਗਲੇ ਹੈ ਲਾਇਆ ਕਿ ਲੋਕਾਂ ਵਿੱਚ ਜਿੰਦ ਪੈ ਜਾਵੇ। ਹੱਸਾਂ ਮੌਤ ਨੂੰ। ਤੇ ਇਸ ਤਰ੍ਹਾਂ ਮਜ਼ਦੂਰ ਜਮਾਤ ਇਕੱਠੀ ਹੋਵੇਗੀ ਤੇ ਸਰਮਾਏਦਾਰੀ ਦਾ ਮਲੀਆਮੇਟ ਕਰ ਦੇਵੇਗੀ। ਮਲੀਆਮੇਟ? ਦੇਖਿਓ ਕਿਤੇ ਮੇਰਾ ਹੀ ਮਲੀਆਮੇਟ ਨਾ ਕਰ ਦਿਓ ਜੀ। ਪਰ ਯਾਰ ਤੂੰ ਇੰਨਾ ਘਬਰਾਇਆ ਹੋਇਆ ਕਿਉਂ ਹੈ? ਉਹ ਤੂੰ ਜੋ ਆਹ ਮਲੀਆਮੇਟ ਕਰਨ ਦੀਆਂ ਧਮਕੀਆਂ ਜਿਹੀਆਂ ਦੇਈ ਜਾਂਦਾ ਹੈ। ਧਮਕੀਆਂ? ਪਰ ਤੂੰ ਇੱਥੇ ਸਫਾਈ ਕਰਨਾ ਹੈ? ਹਾਂਜੀ, ਸਫਾਈ ਕਰਨ ਆਇਆ, ਪਰ ਤੂੰ ਦੇਖੀ ਮੇਰਾ ਐਵੇਂ ਘੋਗਾ ਜਿਹਾ ਨਾ ਕਰਦੀ। ਯਾਰ ਤੂੰ ਪਹਿਲਾਂ ਆਰਾਮ ਨਾਲ ਮੇਰੇ ਨਾਲ ਆ ਕੇ ਬੈਠ, ਆਪਾਂ ਬਹਿ ਕੇ ਗੱਲ ਕਰਦੇ ਹਾਂ। ਆ ਕੀ ਉੱਪਰ ਬਰਾਬਰ ਬੈਠ ਇੱਥੇ। ਕਮਾਲ ਆ ਯਾਰ, ਤੂੰ ਹਲੇ ਵੀ ਡਰੀ ਜਾਂਦਾ। ਉਹ ਤੇਰੇ ਤੋਂ ਸਾਰੇ ਡਰਦੇ ਨੇ। ਉਹ ਤੂੰ ਉਹ ਸਾਹ ਬਹਾਦਰ ਦਾ ਲਿਹਾਜ਼ ਨਹੀਂ ਕੀਤਾ, ਹੋ ਗੋਲੀ ਮਾਰੀ ਤੇ ਮੈਂ ਤਾਂ ਫਿਰ ਹਾਈ ਕਿਸ ਖੇਤ ਦੀ ਮੂਲੀ। ਉਹ ਤੂੰ ਹੱਸ ਵੀ ਲੈਣਾ? ਕਿਉਂ ਬਈ, ਮੈਨੂੰ ਹੱਸਣਾ ਨਹੀਂ ਆਉਂਦਾ? ਉਹ ਨਹੀਂ ਜੀ, ਉਹ ਵਾਰਡਰ ਨਹੀਂ, ਹਾਂ ਉਹ ਤਾਂ ਕਹਿੰਦਾ ਸੀ ਵੀ ਤੁਸੀਂ ਬੜੇ ਖੂੰਖਾਰ। ਅੱਛਾ, ਪਰ ਵੇ ਤੇਰੇ ਲਈ ਤਾਂ ਬਿਲਕੁਲ ਵੀ ਨਹੀਂ। ਅਰੇ ਆ ਮੈਨੂੰ ਜਾਣਦੇ ਫਿਰ। ਪਰ ਤੂੰ ਤਾਂ ਇੱਥੇ ਸਫਾਈ ਕਰਨ ਆਇਆ ਸੀ ਨਾ। ਚੱਲ ਛੱਡ ਤੂੰ ਇਹਨਾਂ ਗੱਲਾਂ ਨੂੰ, ਤੂੰ ਮੈਨੂੰ ਇਉਂ ਦੱਸ ਵੀ ਤੇਰਾ ਨਾਂ ਕੀ ਹੈ? ਨਾ ਤਾਂ ਮੇਰਾ ਬੋਗਾ ਹੈ, ਪਰ ਤੇਰੇ ਫਾਇਦੇ ਦੀ ਗੱਲ ਦੱਸਾਂ। ਬਸ ਆ ਮੇਰੇ ਮੋਢੇ ਤੋਂ ਆਪਣਾ ਹੱਥ ਚੱਕ। ਹੱਥ ਤਾਂ ਮੈਂ ਚੱਕ ਲਿਆ, ਪਰ ਵੀ ਉਹ ਕਿਉਂ? ਉਹ ਤੂੰ ਪਿੱਟਿਆ ਜਾਵੇਂਗਾ। ਯਾਰ ਕੀ ਗੋਲ ਗੋਲ ਗੱਲਾਂ ਕਰੀ ਜਾਂਦਾ, ਪਿੱਟਿਆ ਜਾਊਂਗਾ? ਮੈਨੂੰ ਤਾਂ ਤੇਰੀ ਕੋਈ ਗੱਲ ਸਮਝ ਨਹੀਂ ਆਉਂਦੀ। ਹਾਂ, ਅਸੀਂ ਛੋਟੀ ਜਾਤ ਚੋਂ ਹੁੰਦੇ ਆ। ਅਸੀਂ ਲੋਕਾਂ ਦਾ ਗੰਦ ਚੱਕ ਕੇ ਗੁਜ਼ਾਰਾ ਕਰਦੇ ਆ। ਹੋ ਗਿਆ, ਲੋਕਾਂ ਦਾ ਗੰਦ ਚੱਕ ਕੇ ਗੁਜ਼ਾਰਾ ਕਰਨ ਨਾਲ ਕੋਈ ਨੀਵਾਂ ਹੋ ਜਾਂਦਾ ਭਲਾ?
ਸਗੋਂ ਸਾਨੂੰ ਤਾਂ ਇਹਨਾਂ ਸਾਰੇ ਕਾਮਿਆਂ ਦਾ ਬਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਬਚਪਨ 'ਚ ਨਾ ਮੇਰੀ ਮਾਂ ਮੇਰਾ ਗੰਦ ਚੱਕਿਆ ਕਰਦੀ ਸੀ, ਤਾਂ ਮਾਂ ਕੀ ਨੀਵੀਂ ਹੋ ਗਈ ਬੋਗੇ, ਕੀ ਮਾਂ ਮਾਂ ਨਾ ਰਹੀ? ਕੀ ਗੱਲ, ਤੂੰ ਚੁੱਪ ਜਿਹਾ ਕਿਉਂ ਕਰ ਗਿਆ? ਤੇਰਾ ਪਤਾ ਨਹੀਂ ਲੱਗਦਾ ਸਰਦਾਰਾ, ਕਦੇ ਤੂੰ ਡਰਾਉਣਾ ਹੈ, ਕਦੇ ਮਾਵਾਂ ਵਾਂਗ ਕੁਝ ਕਰਦਾ। ਭਗਤ ਸਿੰਘ ਤੁਹਾਨੂੰ ਤੁਹਾਡੇ ਵਕੀਲ ਪ੍ਰਾਣਨਾਥ ਮਹਿਤਾ ਮਿਲਣ ਆਏ ਨੇ। ਭਗਤ ਸਿੰਘ, ਇਹ ਗੱਲ ਮਹਿਤਾ ਸਾਹਿਬ, ਤੁਸੀਂ ਤਾਂ ਬੜੇ ਉਦਾਸ ਜਿਹੇ ਨਜ਼ਰ ਆ ਰਹੇ ਹੋ। ਇਸ ਫੈਸਲੇ ਤੋਂ ਬਾਅਦ ਤਾਂ ਕੋਈ ਦੁਸ਼ਮਣ ਹੀ ਖੁਸ਼ ਹੋ ਸਕਦਾ ਭਗਤ ਸਿੰਘ। ਪਰ ਸਾਨੂੰ ਤਾਂ ਇਹਦੇ ਵਿੱਚ ਨਾ ਖੁਸ਼ ਹੋਣ ਵਾਲੀ ਕੋਈ ਵੀ ਗੱਲ ਨਜ਼ਰ ਨਹੀਂ ਆਉਂਦੀ। ਸਾਨੂੰ ਪਤਾ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਹੈ ਤੇ ਅਸੀਂ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਸੀ। ਤੁਸੀਂ ਦੱਸੋ, ਡਿਫੈਂਸ ਕੌਂਸਲ ਵੱਲੋਂ ਕੋਈ ਖਾਸ ਸੁਨੇਹਾ ਲੈ ਕੇ ਆਏ ਹੋ? ਭਗਤ ਸਿੰਘ, ਮੈਂ ਡਿਫੈਂਸ ਕਾਉਂਸਲ ਵੱਲੋਂ ਇੱਕ ਖਾਸ ਖਬਰ ਲੈ ਕੇ ਆਇਆ। ਮਹਿਤਾ ਸਾਹਿਬ, ਇਸ ਤੋਂ ਪਹਿਲਾਂ ਤੁਸੀਂ ਆਪਣੀ ਗੱਲ ਕਹੋ। ਮੈਂ ਸਾਡੇ ਸਾਰੇ ਸਾਥੀਆਂ ਵੱਲੋਂ ਡਿਫੈਂਸ ਕੌਂਸਲ ਦਾ ਧੰਨਵਾਦ ਕਰਦਾ ਬਈ ਉਹਨਾਂ ਨੇ ਸਾਡੇ ਰਹਿਣ ਦਾ, ਖਾਣ ਪੀਣ ਦਾ ਪ੍ਰਬੰਧ ਜੋ ਕੀਤਾ। ਹੁਣ ਦੱਸੋ, ਕੀ ਸੁਨੇਹਾ ਲੈ ਕੇ ਆਏ? ਭਗਤ ਸਿੰਘ, ਡਿਫੈਂਸ ਕਾਉਂਸਲ ਨੇ ਫੈਸਲਾ ਕੀਤਾ ਹੈ ਕਿ ਰਹਿਮ ਦੀ ਅਪੀਲ ਕੀਤੀ ਜਾਵੇ। ਭਗਤ ਸਿੰਘ, ਮੇਰੀ ਗੱਲ ਗੰਭੀਰਤਾ ਨਾਲ ਸੁਣੋ। ਤੁਹਾਡਾ ਇਹ ਰੂਪ ਦੇਖ ਕੇ ਮੈਨੂੰ ਡਰ ਲੱਗ ਰਿਹਾ। ਤੁਸੀਂ ਆਪਣੀ ਗੱਲ ਕਹੋ ਮਹਿਤਾ ਸਾਹਿਬ। ਗਾਂਧੀ ਜੀ ਤੁਹਾਡੇ ਲਈ ਬਹੁਤ ਕੋਸ਼ਿਸ਼ਾਂ ਕਰ ਰਹੇ ਨੇ ਭਗਤ ਸਿੰਘ। ਉਹਨਾਂ ਦੇ ਯਤਨ ਤਾਦੀ ਤਾਂ ਸਫਲ ਹੋ ਸਕਦੇ ਨੇ ਜੇ ਤੁਸੀਂ ਉਹਨਾਂ ਨਾਲ ਸਹਿਯੋਗ ਕਰੋ। ਪਰ ਗਾਂਧੀ ਜੀ ਸਾਡੇ ਕੋਲੋਂ ਕਿਸ ਤਰ੍ਹਾਂ ਦੇ ਸਹਿਯੋਗ ਦੀ ਮੰਗ ਕਰਦੇ ਨੇ? ਭਗਤ ਸਿੰਘ, ਤੁਸੀਂ ਇਹ ਤਾਂ ਮੰਨਦੇ ਹੋ ਨਾ ਕਿ ਹਿੰਦੁਸਤਾਨ ਦੀ ਆਜ਼ਾਦੀ ਬਹੁਤੀ ਦੂਰ ਨਹੀਂ। ਬਿਲਕੁਲ, ਤੇ ਇਹੀ ਵਿਸ਼ਵਾਸ ਤਾਂ ਸਾਡੀ ਪ੍ਰੇਰਣਾ ਸ਼ਕਤੀ ਬਣਿਆ ਹੋਇਆ ਹੈ। ਤਾਂ ਫਿਰ ਆਜ਼ਾਦ ਭਾਰਤ ਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ ਲੋੜ ਹੈ, ਬਹੁਤ ਲੋੜ ਹੈ। ਨਵੇਂ ਭਾਰਤ ਦਾ ਨਿਰਮਾਣ ਤੁਹਾਡੇ ਨਾਲੋਂ ਚੰਗਾ ਹੋਰ ਕੌਣ ਕਰ ਸਕਦਾ? ਕੀ ਸ਼ੇਖ ਚਿਲੀਆਂ ਵਾਲੀਆਂ ਮਾਰੀ ਜਾ ਰਹੇ ਹੋ ਵਕੀਲ ਸਾਹਿਬ? ਅਸੀਂ ਤਾਂ ਨਿਉ ਪੱਥਰ ਰੱਖਣ ਵਾਲੇ ਹਾਂ। ਇਮਾਰਤਾਂ ਦੀ ਉਸਾਰੀ ਤਾਂ ਆਉਣ ਵਾਲੇ ਲੋਕ ਕਰਨਗੇ ਤੇ ਇਹ ਸਾਡਾ ਦ੍ਰਿੜ ਵਿਸ਼ਵਾਸ ਹੈ। ਠੀਕ ਹੈ ਮੇਰੇ ਬਹਾਦਰ ਦੋਸਤ, ਪਰ ਇਸ ਇਮਾਰਤ ਦੀ ਨੀਂਹ ਤਾਂ ਤੁਸੀਂ ਰੱਖੀ ਹੈ ਨਾ। ਜੋ ਨੀਂਹ ਰੱਖਦਾ ਉਹ ਇਮਾਰਤ ਦੀ ਮਜ਼ਬੂਤੀ ਦਾ ਠੀਕ ਅਨੁਮਾਨ ਲਗਾ ਸਕਦਾ। ਇਸੇ ਲਈ ਉੱਪਰਲੀਆਂ ਇਮਾਰਤਾਂ ਤੁਸੀਂ ਹੀ ਤਾਂ ਬਣਾਓਗੇ। ਬਸ ਇਹੋ ਫੈਸਲਾ ਹੈ ਨਾ ਤੁਹਾਡੀ ਡਿਫੈਂਸ ਕੌਂਸਲ ਦਾ। ਭਗਤ ਸਿੰਘ, ਤੁਸੀਂ ਹਾਲੇ ਵੀ ਮੇਰੀ ਗੱਲ ਗੰਭੀਰਤਾ ਨਾਲ ਨਹੀਂ ਲੈ ਰਹੇ। ਅੱਛਾ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਪੁੱਛੋ। ਭਗਤ ਸਿੰਘ, ਕੀ ਤੁਹਾਡੇ ਆਪਣੇ ਜੀਵਨ ਤੇ ਆਪ ਦਾ ਅਧਿਕਾਰ ਹੈ ਜਾਂ ਤੁਸੀਂ ਇਸ ਨੂੰ ਦੇਸ਼ ਦੀ ਇਮਾਨਤ ਮੰਨਦੇ ਹੋ? ਓਹੋ ਵਕੀਲ ਸਾਹਿਬ, ਤੁਸੀਂ ਐਵੇਂ ਗੋਲ-ਗੋਲ ਗੱਲਾਂ ਨਾ ਕਰੋ। ਜੋ ਪੁੱਛਣਾ ਹੈ ਸਾਫ਼-ਸਾਫ਼ ਪੁੱਛੋ। ਮੈਂ ਇਹ ਕਹਿਣਾ ਚਾਹੁੰਦਾ ਭਗਤ ਸਿੰਘ ਕਿ ਤੁਹਾਡਾ ਜੀਵਨ ਦੇਸ਼ ਦੀ ਅਮਾਨਤ ਹੈ ਤੇ ਦੇਸ਼ ਦੇ ਲੋਕ ਇਹ ਚਾਹੁੰਦੇ ਨੇ ਕਿ ਤੁਸੀਂ ਗਾਂਧੀ ਜੀ ਦੇ ਹੱਥ ਮਜ਼ਬੂਤ ਕਰਨ ਲਈ ਵਾਇਸਰਾਏ ਦੇ ਨਾਂ ਤੇ ਇੱਕ ਰਹਿਮ ਦੀ ਅਪੀਲ ਭੇਜੋ। ਪਰ ਤੁਸੀਂ ਕਿਸ ਤਰ੍ਹਾਂ ਦੇ ਰਹਿਮ ਦੀ ਅਪੀਲ ਦੀ ਗੱਲ ਕਰ ਰਹੇ ਹੋ? ਭਗਤ ਸਿੰਘ, ਮੈਨੂੰ ਗਲਤ ਨਾ ਸਮਝਣਾ ਮੇਰੇ ਦੋਸਤ। ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਸ ਨਾਲ ਤੁਹਾਡੀ ਬਹਾਦਰੀ ਤੇ ਵੱਟਾ ਲੱਗੇ। ਅਸੀਂ ਅੱਜ ਰਾਤ ਦੀ ਮੀਟਿੰਗ ਦੇ ਵਿੱਚ ਇੱਕ ਡਰਾਫਟ ਤਿਆਰ ਕਰਾਂਗੇ ਤੇ ਕੱਲ ਹੁੰਦੇ ਹੀ ਤੁਹਾਡੇ ਕੋਲ ਲਿਆਵਾਂਗੇ। ਪਰ ਅਪੀਲ ਤਾਂ ਅਸੀਂ ਤਿਆਰ ਕਰ ਵੀ ਲਈ ਹੈ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਮੁਕੱਦਮੇ ਨੇ ਤੁਹਾਨੂੰ ਇੱਕ ਸਫਲ ਵਕੀਲ ਜ਼ਰੂਰ ਬਣਾ ਦਿੱਤਾ ਹੈ। ਵੇਖਣਾ ਦੋਸਤਾਂ ਨੂੰ ਕਿਤੇ ਭੁੱਲ ਨਾ ਜਾਣਾ ਵਕੀਲ ਸਾਹਿਬ। ਭਗਤ ਸਿੰਘ, ਐਡਾ ਕਠੋਰ ਮਜ਼ਾਕ ਤਾਂ ਨਾ ਕਰ। ਕਿਉਂ, ਤੁਹਾਨੂੰ ਇਹ 'ਚ ਕੋਈ ਸ਼ੱਕ ਹੈ? ਅੱਛਾ ਠੀਕ ਹੈ, ਵਿਖਾਓ ਕਿੱਥੇ ਹੈ ਤੁਹਾਡੀ ਰਹਿਮ ਦੀ ਅਪੀਲ? ਅਪੀਲ ਤਾਂ ਅਸੀਂ ਵਾਇਸਰਾਏ ਨੂੰ ਭੇਜਤੀ, ਪਰ ਹਾਂ ਸਾਡੇ ਕੋਲ ਉਸ ਦੀ ਇੱਕ ਕਾਪੀ ਹੈ।
ਤੁਸੀਂ ਇਹ ਆਪ ਪੜ੍ਹ ਕੇ ਵੇਖ ਲਓ। ਤਾਂ ਸਾਡੇ ਵਿਰੁੱਧ ਸਭ ਤੋਂ ਵੱਡਾ ਦੋਸ਼ ਇਹ ਲਗਾਇਆ ਗਿਆ ਹੈ ਕਿ ਅਸੀਂ ਅੰਗਰੇਜ਼ੀ ਹਕੂਮਤ ਖਿਲਾਫ ਇੱਕ ਸੰਘਰਸ਼ ਕੀਤਾ ਹੈ। ਅਦਾਲਤ ਦੇ ਇਸ ਨਿਰਣੇ ਤੋਂ ਦੋ ਗੱਲਾਂ ਸਪਸ਼ਟ ਹੋ ਜਾਂਦੀਆਂ ਨੇ। ਪਹਿਲੀ ਤਾਂ ਇਹ ਕਿ ਅੰਗਰੇਜ਼ੀ ਓਹੋ ਵਕੀਲ ਸਾਹਿਬ, ਤੁਸੀਂ ਤਾਂ ਇਹਨੂੰ ਭੋਖਣ ਲੱਗ ਪਏ। ਸਾਡੀ ਅਪੀਲ ਇਸ ਤਰ੍ਹਾਂ ਪੜ੍ਹੀ ਜਾਵੇਗੀ। ਇੱਕ ਯੁੱਧ ਚੱਲ ਰਿਹਾ ਹੈ ਤੇ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਇਹ ਜਾਬਰ ਹਕੂਮਤ ਇੱਥੋਂ ਦੇ ਕਿਰਤੀਆਂ ਦਾ ਲਹੂ ਨਿਚੋੜਦੀ ਰਹੂਗੀ। ਭਲਾਂ ਦੀ ਫਿਰ ਇਹ ਜਾਬਰ ਹਕੂਮਤ ਵਿਦੇਸ਼ੀ ਹੋਵੇ ਤੇ ਭਲਾਂ ਦੀ ਫਿਰ ਆਪਣੇ ਦੇਸ਼ ਦੀ ਕਿਉਂ ਨਾ ਹੋਵੇ। ਭਗਤ ਸਿੰਘ, ਇਹ ਅਪੀਲ ਤੇ ਭਾਸ਼ਣ 'ਚ ਫਰਕ ਹੁੰਦਾ। ਅੱਛਾ, ਤਾਂ ਤੁਸੀਂ ਅਪੀਲ ਵਾਲਾ ਹਿੱਸਾ ਸੁਣਨਾ ਚਾਹੁੰਦੇ ਹੋ? ਜੀ। ਲਓ ਸੁਣੋ। ਅਸੀਂ ਤੁਹਾਡੀ ਸਰਕਾਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡੀ ਹੀ ਇੱਕ ਅਦਾਲਤ ਨੇ ਸਾਡੇ ਖਿਲਾਫ ਜੰਗ ਜਾਰੀ ਰੱਖਣ ਦਾ ਦੋਸ਼ ਲਾਇਆ। ਇਸ ਮੁਤਾਬਕ ਫਿਰ ਅਸੀਂ ਜੰਗੀ ਕੈਦੀ ਹੋਏ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਜੰਗੀ ਕੈਦੀਆਂ ਵਾਲਾ ਸਲੂਕ ਹੀ ਕੀਤਾ ਜਾਵੇ। ਸਾਨੂੰ ਫਾਂਸੀ ਲਾਉਣ ਦੀ ਬਜਾਏ ਗੋਲੀ ਨਾਲ ਉਡਾ ਦਿੱਤਾ ਜਾਵੇ। ਭਗਤ ਸਿੰਘ, ਅਸਾਂ ਰਹਿਮ ਨਾ ਜ਼ੁਲਮ ਤੋਂ ਮੰਗਣਾ, ਬੰਦ ਬੰਦ ਕੱਟ ਜਾਵਣਾ। ਅਸਾਂ ਰਹਿਮ ਨਾ ਜ਼ੁਲਮ ਤੋਂ ਮੰਗਣਾ, ਬੰਦ ਬੰਦ ਕੱਟ ਜਾਵਣਾ। ਅਸਾਂ ਰਹਿਮ ਨਾ। ਹਾਂ ਸਰਦਾਰਾ, ਉਹ ਸਰਦਾਰਾ ਜਿਹੜੀ ਉਹ ਕੱਲ ਗੱਲ ਜੀ ਕਰਦਾ ਸੀਗਾ ਵੀ ਲੀਡਰ ਐ ਹੁੰਦੇ ਨੇ, ਲੀਡਰ ਉਹ ਹੁੰਦੇ ਨੇ, ਉਹ ਨਹੀਂ ਮੇਰੇ ਪੱਲੇ ਜੇ ਪਈ। ਬਈ ਕੱਲ ਮੈਂ ਤੈਨੂੰ ਕਹਿ ਰਿਹਾ ਸੀ ਕਿ ਜਿਹੜੇ ਆਪਣੇ ਦੇਸ਼ ਦੇ ਵੱਡੇ ਲੀਡਰ ਹਨ, ਇਹਨਾਂ ਦੀ ਆਜ਼ਾਦੀ ਦਾ ਉਦੇਸ਼ ਬੜਾ ਸੀਮਤ ਜਿਹਾ। ਉਹ ਐ ਨਹੀਂ ਮੇਰੇ ਪੱਲੇ ਪੈਣਾ। ਤੂੰ ਵਿੱਚੋਂ ਮੈਨੂੰ ਮੋਟੀ ਮੋਟੀ ਜੀ ਕਰਕੇ ਗੱਲ ਦੱਸ। ਨਹੀਂ, ਮੋਟੀ ਮੋਟੀ ਗੱਲ ਤਾਂ ਇਹ ਆ ਕਿ ਜਿਹੜੇ ਆਪਣੇ ਲੀਡਰ ਨੇ ਇਹ ਅੰਗਰੇਜ਼ੀ ਹਕੂਮਤ ਦੇ ਉੱਤੇ ਦਬਾਅ ਪਾ ਕੇ ਆਹ ਨਿੱਕੀਆਂ ਮੋਟੀਆਂ ਰੇਤਾਂ ਲੈਣੀਆਂ ਚਾਹੁੰਦੇ ਨੇ। ਪਰ ਆਪਣਾ ਉਦੇਸ਼ ਬੋਗਿਆ ਇਦੋਂ ਅੱਗੇ ਦਾ। ਜਦੋਂ ਆਪਣਾ ਰਾਜ ਆਉ ਨਾ, ਉਦੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਪੂਰੀ ਤਰ੍ਹਾਂ ਖਤਮ ਹੋ। ਕੋਈ ਨਿੱਜੀ ਜਾਇਦਾਦ ਨਾ ਹੋ। ਜਿੰਨਾ ਵੀ ਧਨ ਦੌਲਤ ਤੇ ਜ਼ਮੀਨ ਆ ਨਾ ਇਸ ਦੇਸ਼ ਇਹ ਆਪਣੀ ਸਾਰਿਆਂ ਦੀ ਸਾਂਝੀ ਮਲਕੀਅਤ ਹੋ ਜੂਗੀ। ਉਹ ਮੈਨੂੰ ਇੱਕ ਗੱਲ ਹਲੇ ਵੀ ਨਹੀਂ ਸਮਝ ਆਈ। ਉਹ ਕਿਹੜੀ? ਉਹ ਵਿੱਚੇ ਤੂੰ ਲੀਡਰਾਂ ਨੂੰ ਗਾਲਾਂ ਕੱਢੀ ਜਾਂਦਾ। ਹਾਂ, ਉਹ ਵਿੱਚੇ ਹੀ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਆ ਕੋਠੀ ਲੱਗਾ ਬੈਠਾ। ਉਹ ਵੀ ਤਾਂ ਫਿਰ ਇਹਨਾਂ ਲੀਡਰਾਂ 'ਚੋਂ ਸੀ। ਹੋ ਗਿਆ। ਲਾਲਾ ਜੀ ਨਾਲ ਸਾਡੇ ਮਤਭੇਦ ਤਾਂ ਜ਼ਰੂਰ ਨੇ, ਪਰ ਇਹ ਗੋਰੀ ਹਕੂਮਤ ਸਾਡੇ ਲੋਕਾਂ ਦੇ ਬੋਲਣ ਦੀ ਆਜ਼ਾਦੀ ਤੇ ਰੋਕ ਲਾਵੇ ਤੇ ਇਹਨਾਂ ਦੀਆਂ ਡਾਂਗਾਂ ਨਾਲ ਸਾਡੇ ਕਿਸੇ ਦੀ ਮੌਤ ਹੋ ਜਾਏ। ਇਹ ਗੱਲ ਬਰਦਾਸ਼ਤ ਤੋਂ ਬਾਹਰ ਆ ਗਿਆ। ਤੂੰ ਆਪ ਹੀ ਦੱਸ, ਇਹ ਸਾਰਾ ਕੁਝ ਦੇਖ ਕੇ ਅਸੀਂ ਨੌਜਵਾਨ ਚੁੱਪ ਕਰਕੇ ਕਿਵੇਂ ਬੈਠ ਜਾਈਏ? ਉਹ ਚੁੱਪ ਕਰਕੇ ਕਾਹਨੂੰ ਬਹਿਣਾ? ਪਰ ਫਿਰ ਤੁਸੀਂ ਆ ਸਾਰੇ ਲੀਡਰ ਆਜ਼ਾਦੀ ਦੀ ਲੜਾਈ ਭਲਾ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ? ਗੋਡੇ, ਇਹ ਦੂਸਰੀ ਗੱਲ ਹੈ। ਉਹ ਇੱਕ ਤਾਂ ਤੂੰ ਮੈਨੂੰ ਬੇਬੇ ਨਾ ਆਖਿਆ ਕਰ। ਉਹ ਅਸੀਂ ਹੋਏ ਗੰਦ ਚੁੱਕਣ ਵਾਲੇ। ਆਖਰ ਤੂੰ ਮੈਨੂੰ ਬੇਬੇ ਕਿਉਂ ਕਹਿਣਾ ਰਹਿਣਾ? ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ ਗੋਡੇ, ਗੰਦ ਚੱਕਣ ਨਾਲ ਕੋਈ ਨੀਵਾਂ ਨਹੀਂ ਹੋ ਜਾਂਦਾ। ਮੇਰੀ ਜ਼ਿੰਦਗੀ 'ਚ ਨਾ ਮੇਰਾ ਗੰਦ ਚੱਕਣ ਦਾ ਕੰਮ ਦੋ ਜਣਿਆਂ ਨੂੰ ਲੱਗਿਆ। ਬਚਪਨ 'ਚ ਮੇਰੀ ਮਾਂ ਸੀ ਤੇ ਵੀ ਜਵਾਨੀ 'ਚ ਤੂੰ। ਮੇਰੀ ਜਵਾਨੀ ਦੀ ਮਾਂ। ਮੈਂ ਨਾ ਬਚਪਨ 'ਚ ਆਪਣੀ ਮਾਂ ਨੂੰ ਬੇਬੇ ਆਖਿਆ ਕਰਦਾ ਸੀ। ਫਿਰ ਤੂੰ ਵੀ ਤਾਂ ਹੋਈ ਨਾ ਮੇਰੀ ਬੇਬੇ। ਚੱਲ ਛੱਡ ਸਰਦਾਰਾ, ਮੈਂ ਤਾਂ ਤੁਹਾਡੇ ਬਾਰੇ ਇੱਕ ਹੋਰ ਸੁਣਿਆ ਬਈ ਤੁਸੀਂ ਤਾਂ ਰੱਬ ਨੂੰ ਨਹੀਂ ਮੰਨਦੇ ਮੁੰਦੇ। ਉਹ ਜੇ ਤੁਹਾਡਾ ਰਾਜ ਆ ਗਿਆ ਫਿਰ ਆਹ ਧਰਮ ਨੂੰ ਮੰਨਣ ਵਾਲਿਆਂ ਦਾ ਕੀ ਕਰੋਗੇ ਭਲਾ? ਭਲਾਂ ਦੀ ਅਸੀਂ ਨਾਸਤਕਾਂ ਹੋ ਗਏ, ਪਰ ਸਾਡੇ ਰਾਜ 'ਚ ਹਰ ਬੰਦੇ ਨੂੰ ਆਪਣਾ ਧਰਮ ਮੰਨਣ ਦੀ ਖੁੱਲ੍ਹ ਹੋਊਗੀ। ਪਰ ਅਸੀਂ ਇਹ ਖੁੱਲ੍ਹ ਕਿਸੇ ਨੂੰ ਨਹੀਂ ਦੇਣੀ ਕਿ ਧਰਮ ਦੇ ਨਾਂ ਤੇ ਇੱਕ ਮਨੁੱਖ ਦੂਜੇ ਮਨੁੱਖ ਦੀ ਲੁੱਟ ਕਰੇ, ਜਾਂ ਫਿਰ ਧਰਮ ਦੇ ਨਾਂ ਤੇ ਮਨੁੱਖਤਾ ਦਾ ਖੂਨ ਡੁੱਲੇ ਹੋ ਗਿਆ।
ਓਏ ਆਹ ਗੱਲ ਤੇਰੀ ਬੜੀ ਫੋਕੀ ਜਿਹੀ ਲੱਗੀ ਸਰਦਾਰਾ। ਆ ਦੇਖ, ਤੁਸੀਂ ਤਾਂ ਆਹ ਬੰਬ ਸੁੱਟਣ ਲੱਗੇ, ਉਹ ਪਿਸਤੌਲਾਂ ਚਲਾਉਣ ਲੱਗੇ, ਮਿੰਟ ਨਹੀਂ ਮਾਰਦੇ। ਫਿਰ ਆਪਣੇ ਰਾਤ 'ਚ ਆਹ ਖੂਨ ਖਰਾਬਾ ਕਿਵੇਂ ਰੋਕ ਲਓਗੇ? ਇਹ ਬੰਬ ਤੇ ਪਿਸਤੌਲਾਂ ਤਾਂ ਅਸੀਂ ਗੋਰੀ ਹਕੂਮਤ ਨੂੰ ਡਰਾਉਣ ਧਮਕਾਉਣ ਲਈ ਰੱਖੀਆਂ ਨੇ। ਹਾਂ ਤਾਂ ਅਸੀਂ ਇਨਕਲਾਬੀ, ਜਿਨ੍ਹਾਂ ਦੇ ਖਾਸ ਉਦੇਸ਼ ਤੇ ਵਿਚਾਰ ਨੇ, ਤੇ ਜਿਨ੍ਹਾਂ ਕੋਲੇ ਇੱਕ ਲੰਮਾ ਪ੍ਰੋਗਰਾਮ ਹੈ ਬੋਗਿਆ। ਪ੍ਰੋਗਰਾਮ? ਉਹ ਵੀ ਇਹਦਾ ਮਤਲਬ ਹੈ ਕਿ ਜਿਹੜੇ ਆਪਣੇ ਦੇਸ਼ ਦੇ ਲੱਖਾਂ ਕਰੋੜਾਂ ਮਜ਼ਦੂਰ ਤੇ ਕਿਸਾਨ ਨੇ, ਇਹਨਾਂ ਨੂੰ ਆਪਾਂ ਜਥੇਬੰਦ ਕਰਾਂਗੇ। ਤੇ ਜੇ ਆਪਣੇ ਨੌਜਵਾਨ ਲਗਾਤਾਰ ਉਪਰਾਲੇ ਕਰਨਗੇ ਨਾ ਤੇ ਕੁਰਬਾਨੀਆਂ ਭਰਿਆ ਜੀਵਨ ਜਿਉਣਗੇ, ਤਾਂ ਇੱਕ ਦਿਨ ਸਾਡੀ ਜਿੱਤ ਜ਼ਰੂਰ ਹੋਊਗੀ। ਇਨਕਲਾਬ ਦਾ ਮਾਰੀਏ ਨਾਰਾ, ਇਨਕਲਾਬ ਜ਼ਿੰਦਾਬਾਦ, ਬੋਲ ਜ਼ਿੰਦਾਬਾਦ, ਇਨਕਲਾਬ ਦਾ, ਇਨਕਲਾਬ ਦਾ ਮਾਰੀਏ ਨਾਰਾ, ਜ਼ਿੰਦਾਬਾਦ ਬੋਲ ਸਾਥੀਆ, ਇਨਕਲਾਬ ਦਾ। ਆਓ ਖਾਨ ਸਾਹਿਬ, ਕਿਵੇਂ ਤਸ਼ਰੀਫ ਲੈ ਕੇ ਆਏ ਹੋ? ਤੁਹਾਡੇ ਵਕੀਲ ਮਹਿਤਾ ਸਾਹਿਬ ਇਹ ਕਿਤਾਬ ਦੇ ਕੇ ਗਏ ਸੀ, ਮੈਂ ਸੋਚਿਆ ਆਪ ਚੱਲ ਕੇ ਤੁਹਾਨੂੰ ਦੇ ਆਵਾਂ। ਖਾਨ ਸਾਹਿਬ, ਮੈਂ ਤੁਹਾਡਾ ਬੜਾ ऋणी ਹਾਂ। ਤੁਸੀਂ ਸਾਡਾ ਇੰਨਾ ਖਿਆਲ ਜੋ ਰੱਖਦੇ ਹੋ, ਖਾਸ ਕਰਕੇ ਇਹਨਾਂ ਕਿਤਾਬਾਂ ਲਈ। ਇਹਨਾਂ ਕਿਤਾਬਾਂ ਲਈ ਤਾਂ ਮੈਂ ਤੁਹਾਡਾ ਬਹੁਤ ਹੀ ਸ਼ੁਕਰਗੁਜ਼ਾਰ। ਇੰਨੀਆਂ ਕਿਤਾਬਾਂ ਤਾਂ ਮੈਨੂੰ ਜੇਲ੍ਹ ਤੋਂ ਬਾਹਰ ਪੜ੍ਹਨ ਦਾ ਮੌਕਾ ਨਹੀਂ ਸੀ ਮਿਲਿਆ ਜਿੰਨੀਆਂ ਮੈਂ ਇੱਥੇ ਆ ਕੇ ਪੜ੍ਹ ਲਈਆਂ ਨੇ। ਖਾਨ ਸਾਹਿਬ, ਹੋਰ ਜੇਲ੍ਹ 'ਚ ਕਰਨ ਨੂੰ ਕੋਈ ਕੰਮ ਵੀ ਨਹੀਂ ਹੁੰਦਾ। ਭਗਤ ਸਿੰਘ, ਤੁਸੀਂ ਜੇਲ੍ਹ 'ਚ ਇੰਨੀਆਂ ਕਿਤਾਬਾਂ ਮੰਗਵਾਉਂਦੇ ਰਹਿੰਦੇ ਹੋ, ਤੁਸੀਂ ਇੰਨੀਆਂ ਕਿਤਾਬਾਂ ਪੜ੍ਹਦੇ ਵੀ ਹੋ ਜਾਂ ਐਵੇਂ ਵੇਖ ਕੇ ਵਾਪਸ ਕਰ ਦਿੰਦੇ ਹੋ? ਤੁਹਾਨੂੰ ਇਹ 'ਚ ਕੋਈ ਸ਼ੱਕ ਨਜ਼ਰ ਆਉਂਦਾ? ਉਹ ਨਹੀਂ, ਮੇਰਾ ਮਤਲਬ ਕਿ ਸਾਡੇ ਸੈਂਸਰ ਵਾਲੇ ਤਾਂ ਇੰਨੀਆਂ ਕਿਤਾਬਾਂ ਸੈਂਸਰ ਕਰਦੀ ਤੰਗ ਆ ਜਾਂਦੇ ਨੇ, ਸੋ ਪੜ੍ਹਨਾ ਤਾਂ ਉਸ ਨਾਲੋਂ ਸੈਂਕੜੇ ਗੁਣੇ ਔਖਾ। ਤੁਸੀਂ ਵੇਖੋ, ਜੇ ਤੁਹਾਨੂੰ ਹਾਲੇ ਵੀ ਕੋਈ ਸ਼ੱਕ ਆ ਨਾ, ਤੁਸੀਂ ਮੈਨੂੰ 2-4 ਸਵਾਲ ਇਹਨਾਂ ਕਿਤਾਬਾਂ 'ਚੋਂ ਪੁੱਛ ਲਓ। ਉਹ ਜ਼ਿੰਦਗੀ ਦਾ ਐਡਾ ਵੱਡਾ ਇਮਤਿਹਾਨ ਦੇ ਬਹਾਦਰ ਨੂੰ ਅਸੀਂ ਇਸ ਛੋਟੇ ਜਿਹੇ ਇਮਤਿਹਾਨ ਦੇ ਵਿੱਚ ਪਾਈਏ, ਇਹ ਸਾਡੇ ਲਈ ਸ਼ਰਮ ਦੀ ਗੱਲ ਹੋਵੇਗੀ। ਮੈਨੂੰ ਤੁਹਾਡੀ ਪੜ੍ਹਨ ਦੇ ਰਫ਼ਤਾਰ ਤੇ ਕੋਈ ਸ਼ੱਕ ਨਹੀਂ, ਮੈਂ ਤਾਂ ਬਸ ਹੈਰਾਨੀ ਦਾ ਇਜ਼ਹਾਰ ਕਰ ਰਿਹਾ ਸੀ। ਸ਼ੁਕਰੀਆ। ਤੁਸੀਂ ਪਾਣੀ ਦਾ ਗਲਾਸ ਪੀਓਗੇ? ਨਹੀਂ ਬਰਖੁਰਦਾਰ, ਬਲਕਿ ਤੁਹਾਡੇ ਵੱਲ ਮੇਰਾ ਰਵੱਈਆ ਵੇਖ ਕੇ ਸਰਕਾਰ ਮੇਰੇ ਤੋਂ ਕੁਝ ਔਖੀ ਜ਼ਰੂਰ ਹੈ, ਪਰ ਭਗਤ ਸਿੰਘ, ਮੈਂ ਬਿਨਾਂ ਕਿਸੇ ਝਿਜਕ ਤੋਂ ਬਾਰ-ਬਾਰ ਤੁਹਾਨੂੰ ਪੁੱਛਦਾ ਰਹਾਂਗਾ। ਉਹ ਮੇਰੇ ਲਈ ਕੋਈ ਸੇਵਾ ਹੋਵੇ, ਆਪ ਜੀ ਦੀ ਕੋਈ ਇੱਛਾ ਹੋਵੇ ਜੋ ਮੈਂ ਪੂਰੀ ਕਰ ਸਕਾਂ। ਖਾਨ ਸਾਹਿਬ, ਹੁਣ ਤੇ ਸਾਡੀ ਬਸ ਇੱਕੋ ਇੱਛਾ ਹੈ ਕਿ ਸਾਡੀ ਫਾਂਸੀ ਨਾ ਟਲੇ ਤੇ ਸਾਡੀ ਮੌਤ ਇਸ ਅੰਗਰੇਜ਼ੀ ਸਾਮਰਾਜ ਦੇ ਤਾਬੂਤ ਤੇ ਆਖਰੀ ਕਲ ਸਾਬਤ ਹੋਵੇ। ਮੌਤ ਤੋਂ ਪਹਿਲਾਂ ਵੀ ਇਨਸਾਨ ਦੀਆਂ ਕੁਝ ਖੁਆਇਸ਼ਾਂ ਹੁੰਦੀਆਂ ਨੇ ਭਗਤ ਸਿੰਘ, ਕੁਝ ਖਾਣ ਦੀਆਂ, ਕੁਝ ਪੀਣ ਦੀਆਂ, ਕਿਸੇ ਨੂੰ ਮਿਲਣ ਦੀਆਂ। ਕੀ ਤੁਸੀਂ ਆਪਣੀਆਂ ਸਾਰੀਆਂ ਖੁਆਇਸ਼ਾਂ ਮਾਰ ਲਈਆਂ? ਖੁਆਇਸ਼ਾਂ ਤਾਂ ਬੜੀਆਂ ਹੁੰਦੀਆਂ ਨੇ ਖਾਨ ਸਾਹਿਬ, ਪਰ ਤੁਸੀਂ ਆਪ ਹੀ ਵੇਖੋ, ਪੂਰੀਆਂ ਕੋਈ ਵੀ ਨਹੀਂ ਹੁੰਦੀਆਂ। ਉਹ ਤੂੰ ਦੱਸ ਤਾਂ ਸਹੀ ਬਰਖੁਰਦਾਰ, ਸ਼ਾਇਦ ਮੈਂ ਕੁਝ ਕਰ ਸਕਾਂ। ਇੱਕ ਖੁਆਇਸ਼ ਹੈ ਤਾਂ ਸਹੀ ਖਾਨ ਸਾਹਿਬ, ਪਰ ਮੈਨੂੰ ਲੱਗਦਾ ਤੁਹਾਡੇ ਵੱਸ ਦੀ ਗੱਲ ਨਹੀਂ ਹੁੰਦੀ। ਓਹੋ ਭਗਤ ਸਿੰਘ, ਤੁਸੀਂ ਦੱਸੋ ਤਾਂ ਸਹੀ। ਜੇ ਕੋਈ ਮੈਨੂੰ ਮੇਰੇ ਮਹਿਬੂਬ ਚਾਚਾ ਅਜੀਤ ਸਿੰਘ ਨਾਲ ਮਿਲਾ ਦੇਵੇ, ਜਿਨ੍ਹਾਂ ਨੂੰ ਬਿਨਾਂ ਵੇਖਿਆ ਮੈਂ ਉਹਨਾਂ ਦਾ ਆਸ਼ਕ ਹੋਇਆ। ਮੈਂ ਕੋਸ਼ਿਸ਼ ਕਰਾਂਗਾ ਭਗਤ ਸਿੰਘ। ਕੋਈ ਹੋਰ ਖੁਆਇਸ਼? ਤੁਸੀਂ ਖਾਣ ਪੀਣ ਦੀ ਗੱਲ ਕਰ ਰਹੇ ਸੀ। ਵੈਸੇ ਤਾਂ ਮੈਨੂੰ ਬੰਗਾਲੀ ਰਸਗੁੱਲੇ ਬੜੀ ਪਸੰਦ ਨੇ, ਤੇ ਸਮੇਂ-ਸਮੇਂ ਤੇ ਮੇਰੇ ਦੋਸਤ ਇੱਥੇ ਜੇਲ੍ਹ ਜਾ ਕੇ ਦੇ ਕੇ ਵੀ ਜਾਂਦੇ ਰਹੇ ਨੇ। ਪਰ ਜੇ ਕੋਈ ਹੁਣ ਖੁਆਇਸ਼ ਬਚੀ ਹੈ ਤਾਂ ਉਹ ਹੈ ਬੇਬੇ ਦੇ ਹੱਥਾਂ ਦੀ ਪੱਕੀ ਹੋਈ ਰੋਟੀ। ਤੁਸੀਂ ਇਹਦੀ ਚਿੰਤਾ ਤਾਂ ਬਿਲਕੁਲ ਵੀ ਨਾ ਕਰੋ, ਮੈਂ ਅੱਜ ਹੀ ਤੁਹਾਡੇ ਪਿੰਡ ਸੁਨੇਹਾ ਭੇਜ ਦੇਵਾਂਗਾ। ਨਹੀਂ ਨਹੀਂ ਖਾਨ ਸਾਹਿਬ, ਇਸ ਦੀ ਤੇ ਬਿਲਕੁਲ ਹੀ ਜ਼ਰੂਰਤ ਨਹੀਂ। ਬੇਬੇ ਤਾਂ ਮੈਨੂੰ ਰੋਜ਼ ਮਿਲਣ
ਇੱਥੇ ਕੋਠੀ ਚ ਆਉਂਦੀ ਹੋਈ ਹੈ। ਬੇਬੇ ਕੋਠੀ 'ਚ ਮਿਲਣ ਆਉਂਦੀ ਆ, ਕੀ ਗੱਲ ਕਰਦੇ ਹੋ ਭਗਤ ਸਿੰਘ? ਹੈਰਾਨ ਹੋਣ ਵਾਲੀ ਗੱਲ ਨਹੀਂ। ਉਹ ਜਿਹੜਾ ਬੋਗਾ ਕੋਠੀ ਦੀ ਸਫਾਈ ਕਰਨ ਆਉਂਦਾ, ਬਸ ਉਹੀ ਹੈ ਮੇਰੀ ਬੇਬੀ। ਵਾਹ ਉਹ ਭਗਤ ਸਿੰਘ, ਉਹ ਨਹੀਂ ਰੀਸਾਂ ਤੇਰੀਆਂ, ਪਰ ਭਗਤ ਸਿੰਘ ਮੈਨੂੰ ਤੁਹਾਡੇ ਤੇ ਇੱਕ ਸ਼ਿਕਵਾ ਜ਼ਰੂਰ ਰਹੇਗਾ। ਤੁਸੀਂ ਮੇਰੀ ਗੱਲ ਨਹੀਂ ਮੰਨੀ। ਖਾਨ ਸਾਹਿਬ, ਜੇ ਅੱਜ ਸਾਡੇ ਨਿਸ਼ਾਨਿਆਂ ਦੀ ਪੂਰਤੀ ਲਈ ਕੋਈ ਚੀਜ਼ ਸਭ ਤੋਂ ਵਧੇਰੇ ਜ਼ਰੂਰੀ ਹੈ ਨਾ, ਤਾਂ ਉਹ ਸਾਡੀ ਜ਼ਿੰਦਗੀ ਨਾਲੋਂ ਵੱਧ ਕੇ ਸਾਡੀ ਮੌਤ ਹੈ। ਤੇ ਇਸ ਲਈ ਅਸੀਂ ਇਹਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਭਗਤ ਸਿੰਘ, ਉਹ ਮੈਨੂੰ ਤਾਂ ਯਾਦ ਵੀ ਨਹੀਂ ਆਉਂਦਾ ਕਿ ਮੈਂ ਕਿਸੇ ਮਰਗ ਤੋਂ ਵੀ ਕਦੀ ਇੰਨਾ ਉਦਾਸ ਮੁੜਿਆ ਹੋਵਾਂ ਜਿੰਨਾ ਹਰ ਵਾਰ ਇਸ ਕਾਲ ਕੋਠੜੀ ਦੇ ਵਿੱਚ ਤੈਨੂੰ ਮਿਲ ਕੇ ਮੁੜ ਜਾਣਾ। ਫਿਰ ਵੀ ਬਰਖੁਰਦਾਰ, ਮੈਂ ਅੱਲਾਹ ਤਾਲਾ ਤੋਂ ਤੇਰੇ ਲਈ ਲੰਬੀ ਉਮਰ ਦੀ ਦੁਆ ਮੰਗਾਂਗਾ। ਇਹ ਕੌਣ ਜੋ ਮੌਤ ਨਾਲ ਖੇਡੇ, ਜ਼ਿੰਦਗੀ ਦਾ ਪਾਸਾ ਸੁੱਟ ਕੇ, ਇਹ ਕੌਣ ਬਈ? ਇਹ ਕੌਣ ਜੋ ਮੌਤ ਨਾਲ ਖੇਡੇ, ਜ਼ਿੰਦਗੀ ਦਾ ਪਾਸਾ ਸੁੱਟ ਕੇ, ਇਹ ਕੌਣ ਬਈ? ਉਹ ਤੈਨੂੰ ਪਤਾ ਲੱਗਿਆ? ਉਹ ਗਾਂਧੀ ਜੀ ਦਾ ਸਰਕਾਰ ਨਾਲ ਸਮਝੌਤਾ ਹੋ ਗਿਆ। ਅੱਛਾ, ਉਹ ਜੇਲ੍ਹਾਂ ਦੇ ਵਿੱਚੋਂ ਹੁਣ ਸਾਰੇ ਸੱਤਿਆਗ੍ਰਹੀ ਛੱਡੇ ਜਾ ਰਹੇ ਨੇ। ਉਹ ਜੜਿਆ, ਹੁਣ ਤਾਂ ਲੱਗਦਾ ਵੀ ਤੁਹਾਡੀ ਫਾਂਸੀ ਵੀ ਟਲ ਜੂ। ਬੋਗਿਆ, ਸਾਡੀ ਫਾਂਸੀ ਨਹੀਂ ਟਲ ਲੱਗੀ, ਤੇ ਨਾ ਅਸੀਂ ਚਾਹੁੰਦੇ ਆ ਕਿ ਸਾਡੀ ਫਾਂਸੀ ਟਲੇ। ਸਰਦਾਰਾ, ਉਹ ਤੇਰੇ ਤੋਂ ਬਗੈਰ ਇਸ ਕਾਲ ਕੋਠੜੀ 'ਚ ਹੋਰ ਬਥੇਰੇ ਨੇ, ਉਹ ਜਿਹੜੇ ਦਿਨ ਰਾਤ ਬਸ ਇਹੀ ਸੁੱਖਾ ਸੁੱਖਦੇ ਨੇ ਵੀ ਕਿਸੇ ਤਰੀਕੇ ਉਹਨਾਂ ਦੀ ਫਾਂਸੀ ਟਲ ਜੇ। ਗੱਲ ਤਾਂ ਤੇਰੀ ਠੀਕ ਆ ਬੋਗਿਆ, ਪਰ ਅਸੀਂ ਵੀ ਦੁਨੀਆ ਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਫਾਂਸੀ ਤੇ ਚੜ੍ਹਨ ਲਈ ਇਨਕਲਾਬੀ ਆਪਣੇ ਨਿਸ਼ਾਨਿਆਂ ਨੂੰ ਪੂਰਾ ਕਰਨ ਲਈ ਉਤਾਵਲ ਹੀ ਰਹਿੰਦੇ ਨੇ। ਸਰਦਾਰਾ, ਮੈਨੂੰ ਤਾਂ ਜਦੋਂ ਕੱਲ ਪਤਾ ਲੱਗਿਆ ਨਾ ਵੀ ਤੁਹਾਡੀ ਫਾਂਸੀ ਟਲ ਜਾਣੀ ਹੈ, ਹਾਂ, ਮੈਂ ਇਹੀ ਗੱਲ ਆਪਣੇ ਟੱਬਰ 'ਚ ਕੀਤੀ। ਹੋਏ ਸਹੁੰ ਗੁਰੂ ਦੀ, ਉਹ ਮੇਰੇ ਜਵਾਕਾਂ ਦੀ ਮਾਂ ਤਾਂ ਪ੍ਰਸ਼ਾਦ ਸੁੱਕੀ ਫਿਰਦੀ ਹੈ। ਉਹ ਬਾਹਰ ਹਰ ਬੱਚਾ, ਹਰ ਬੁੱਢਾ ਉਹ ਤੇਰੀ ਜਿੰਦੀ ਸਲਾਮਤੀ ਚਾਹੁੰਦਾ। ਉਹ ਤੂੰ ਅਪੀਲ ਕਰਦੇ ਜੜਿਆ, ਤੇਰਾ ਕੁਝ ਕੱਸਦਾ? ਤੂੰ ਇੰਨਾ ਨਿਰਮੋਹਾ ਕਿਉਂ ਹੋਇਆ ਬੈਠਾ? ਨਿਰਮੋਹਾ ਤੇ ਮੈਂ ਬੋਗਿਆ। ਸਾਡੇ ਨਾਲੋਂ ਵੱਧ ਕੇ ਜ਼ਿੰਦਗੀ ਨੂੰ ਕੌਣ ਪਿਆਰ ਕਰ ਸਕਦਾ ਹੈ? ਜ਼ਿੰਦਗੀ ਹੈ ਹੀ ਇੰਨੀ ਸੋਹਣੀ, ਤੇ ਅਸੀਂ ਇਹਨੂੰ ਹੋਰ ਸੋਹਣਾ ਬਣਾਉਣਾ ਚਾਹੁੰਦੇ ਹਾਂ, ਤੇ ਇਹਦੇ ਲਈ ਯਤਨ ਕਰ ਰਹੇ ਹਾਂ। ਪਰ ਮਰ ਕੇ ਨਹੀਂ ਅੜਿਆ। ਅਸੀਂ ਮੌਤ ਨੂੰ ਇਸ ਲਈ ਚੁਣਿਆ ਹੈ ਕਿ ਅਸੀਂ ਜ਼ਿੰਦਗੀ ਦਾ ਵਧੇਰੇ ਸਵਾਰ ਸਕੀਏ। ਚੱਲ, ਉਹ ਤੈਂ ਕਿਹੜਾ ਕਹੇ ਹੀ ਮੰਨਣੀ ਹੈ। ਉਹ ਆਹ ਜੇਲ੍ਹ ਪਿਛਲੇ ਤੇਰੇ ਸਾਥੀ ਨਹੀਂ, ਹਾਂ, ਉਹਨਾਂ ਨੇ ਨਾ ਮੈਨੂੰ ਉਹ ਕਾਗਜ਼ੀ ਜਿਹੀ ਫੜਾਈ ਸੀ, ਕਹਿੰਦੇ ਵੀ ਇੱਥੇ ਕੁਝ ਲਿਖਿਆ ਹੈ, ਸਾਡਾ ਸੁਨੇਹਾ ਦੇ ਦੀ। ਕੀ ਲਿਖਿਆ ਸਰਦਾਰਾ ਭਲਾ ਇੱਥੇ? ਬਈ ਕੋਈ ਖਾਸ ਗੱਲ ਨਹੀਂ। ਚੰਗਾ ਭਾਈ, ਨਹੀਂ ਦੱਸਣਾ ਹੁਣ, ਨਾ ਦੱਸ, ਤੇਰੀ ਮਰਜ਼ੀ ਹੈ। ਦੱਸ ਦੇ। ਬਈ ਇਹ ਚ ਲਿਖਿਆ ਕਿ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਬਚਾਇਆ ਜਾ ਸਕਦਾ। ਵੇਖਿਆ, ਉਹ ਮੈਂ ਤਾਂ ਤੈਨੂੰ ਪਹਿਲੇ ਹੀ ਕਿਹਾ ਸੀ ਕਿ ਹਰ ਕੋਈ ਤੇਰੀ ਜਿੰਦ ਦੀ ਸਲਾਮਤੀ ਚਾਹੁੰਦਾ, ਤੇ ਤੂੰ ਅੜਿਆ ਇੱਧਰ ਤਲੀ ਤੇ ਰੱਖੀ ਬੈਠਾ ਹੈ। ਹੋ ਗਿਆ। ਉਹਨਾਂ ਨੂੰ ਮੇਰਾ ਇੱਕ ਸੁਨੇਹਾ ਦੇ। ਉਹਨਾਂ ਨੂੰ ਆਖੀ ਕਿ ਜ਼ਿੰਦਗੀ ਜਿਉਣ ਦੀ ਇੱਛਾ ਤਾਂ ਮੇਰੇ 'ਚ ਵੀ ਬੜੀ ਹੈ, ਤੇ ਮੈਂ ਇਹਨੂੰ ਲੁਕਾਉਣਾ ਵੀ ਨਹੀਂ ਚਾਹੁੰਦਾ, ਪਰ ਗੁਲਾਮ ਬਣ ਕੇ ਮੈਂ ਜਿਉਣਾ ਵੀ ਨਹੀਂ ਚਾਹੁੰਦਾ। ਬੁੱਗੇ, ਸਾਡੀ ਕੁਰਬਾਨੀ ਲੱਖਾਂ ਕਰੋੜਾਂ ਮਾਵਾਂ ਨੂੰ ਤਿਆਰ ਕਰੂਗੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਇਸੇ ਰਸਤੇ ਤੇ ਤੁਰਨ ਲਈ ਪ੍ਰੇਰਨ। ਹੋ ਇੰਨਾ ਕੁਝ ਨਹੀਂ, ਮੈਂ ਤੋਂ ਬੋਲ ਕੇ ਦੱਸ ਹੁਣ। ਤੂੰ ਐ ਕਰ, ਤੂੰ ਵੀ ਉਹ ਕਾਗਜ਼ ਦੇ ਪਿੱਛੇ ਲਿਖ ਦੇ। ਅੱਛਾ, ਜਾਨੂੰ ਮੈਂ ਸਫਾਈ ਕਰ ਲੈਣਾ। ਚੱਲ ਮੈਂ ਤੈਨੂੰ ਲਿਖ ਕੇ ਦੇ।
ਸਾਹ ਬਹਾਦਰ ਨੇ ਕਹਿਣਾ ਰੋਜ਼ ਹੀ ਗੱਲਾਂ ਹੀ ਮਾਰ ਕੇ ਮੁੜ ਜਾਂਦਾ, ਸਫਾਈ ਸਫੂਈ ਕਰਦਾ ਹੀ ਕੋਈ ਨਹੀਂ। ਉਹ ਸਰਦਾਰਾ ਨਾਲੇ ਤੈਂ ਮੇਰੇ ਨਾਲ ਚੰਗੀ ਕੀਤੀ ਯਾਰ। ਤੇ ਕੀ ਗੱਲ ਹੋ ਗਈ? ਹੁਣ ਤੈਂ ਗੱਲ ਸਾਹ ਬਹਾਦਰ ਕੋਲੇ ਕਰ ਮੇਰੀ। ਕਿਹੜੀ ਗੱਲ? ਹੋਇਆ ਹੀ ਬੇਬੇ ਵਾਲੀ। ਬੇਬੇ ਵਾਲੀ? ਯਾਰ ਮੈਨੂੰ ਤਾਂ ਨਾ ਕਿਸੇ ਗੱਲ ਦਾ ਚੇਤਾ ਨਹੀਂ। ਉਹ ਤੈਨੂੰ ਕਾਹਨੂੰ ਚੇਤੇ ਹੋਣਾ ਹੈ? ਉਹ ਸਾਹ ਬਹਾਦਰ ਆਂਦਾ ਸੀ ਕਿ ਭਗਤ ਸਿੰਘ ਕਹਿੰਦਾ ਅਖੇ ਅਖੇ ਬੋਗੇ ਦੇ ਹੱਥ ਦੀ ਪੱਕੀ ਰੋਟੀ ਖਾਣੀ ਹੈ। ਉਹ ਸਰਦਾਰਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਕਿ ਇਹ ਹੱਥ ਜਿਹੇ ਨਹੀਂ ਗੇ ਜਿਨ੍ਹਾਂ ਦੀ ਪੱਕੀ ਰੋਟੀ ਤੂੰ ਖਾ ਸਕੇ। ਕਿਉਂ ਬੋਗਿਆ? ਕੀ ਹੋਇਆ ਇਹਨਾਂ ਹੱਥਾਂ ਨੂੰ? ਸਗੋਂ ਕਿਰਤੀ ਦੇ ਹੱਥ ਤਾਂ ਚੁੰਮਣ ਲਾਇਕ ਹੁੰਦੇ ਨੇ। ਫੇਰ ਉਹੀ ਗੱਲ ਸਰਦਾਰਾ, ਹੋ ਜਦੋਂ ਤੇਰਾ ਰਾਜ ਆਇਆ ਨਾ ਫਿਰ ਭਾਵੇਂ ਹੱਥ ਕਿਸੇ ਜੋਗੇ ਹੋ ਜਾਣ। ਬੋਗਿਆ ਜਦੋਂ ਤੱਕ ਕਿਰਤੀ ਦੇ ਹੱਥ ਇਹਨਾਂ ਹੱਥਾਂ ਨਾਲ ਨਹੀਂ ਮਿਲ ਜਾਂਦੇ ਰਾਜ ਕਿਵੇਂ ਆ ਜਾਊਗਾ? ਤੇਰਾ ਰਾਜ ਨਾ ਹੱਥਾਂ ਨੇ ਲਿਆਉਣਾ, ਹੱਥ ਇੱਥੇ ਸੁੱਟ ਮਿੱਤਰਾ ਤੇਰਾ ਰਾਜ ਵੀ। ਤੇਰਾ ਰਾਜ ਨਾ ਹੱਥਾਂ ਨੇ ਲਿਆਉਣਾ, ਹੱਥ ਇੱਥੇ ਸੁੱਟ ਮਿੱਤਰਾ ਤੇਰਾ ਰਾਜ ਵੀ। ਸਰਦਾਰ ਭਗਤ ਸਿੰਘ ਆਪ ਜੀ ਦੇ ਮਾਤਾ ਜੀ ਮੁਲਾਕਾਤ ਕਰਨ ਆਏ ਨੇ। ਪਰ ਮੈਨੂੰ ਪਤਾ ਲੱਗਿਆ ਕਿ ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਾਂ ਨੂੰ ਉਹਨਾਂ ਨਾਲ ਮਿਲ ਨਹੀਂ ਦਿੱਤਾ ਗਿਆ। ਇਸ ਕਰਕੇ ਮੈਂ ਵੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਮਿਲਾਂਗਾ। ਉਹਨਾਂ ਦੇ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਮਿਲ ਗਈ ਹੈ, ਤੁਸੀਂ ਵੀ ਮਾਤਾ ਜੀ ਨੂੰ ਮਿਲ ਲਵੋ। ਬੇਬੇ ਕੀ ਇਸੇ ਲਈ ਬਚਪਨ ਤੋਂ ਬਸੰਤੀ ਚੋਲੇ ਦਾ ਗੀਤ ਰਟਿਆ ਕਰਦਾ ਸੀ? ਓਏ ਬਸੰਤੀ ਚੋਲਾ ਪਾਉਣ ਵਾਲਿਆਂ ਨੂੰ ਆਹ ਕਾਲ ਕੋਟੜੀਆਂ ਨਹੀਂ ਸੋਭਦੀਆਂ, ਉਹ ਤਾਂ ਤਲਵਾਰਾਂ ਫੜ ਕੇ ਜੰਗ ਦੇ ਮੈਦਾਨਾਂ 'ਚ ਲੜਦੇ ਨੇ। ਮਾਂ, ਮੈਂ ਆਪਣੇ ਹਿੱਸੇ ਦੀ ਲੜਾਈ ਲੜ ਚੁੱਕਿਆ। ਨਹੀਂ ਪੁੱਤ, ਤੂੰ ਇੱਥੇ ਇਕੱਲਾ ਨਹੀਂ, ਤੂੰ ਆਪਣੇ ਨਾਲ ਇੱਕ ਬਗਾਵਤ ਬੰਨੀ ਬੈਠਾ। ਕਰਦੇ ਆਜ਼ਾਦ ਉਸ ਬਗਾਵਤ ਨੂੰ। ਕਿ ਇਸੇ ਲਈ ਪਿਤਾ ਜੀ ਨੇ ਵਾਇਸਰਾਏ ਨੂੰ ਅਪੀਲ ਕਰ ਮਾਰੀ। ਮਾਂ, ਮੈਨੂੰ ਤਾਂ ਸਮਝ ਨਹੀਂ ਆਉਂਦਾ ਮਾਂ ਕਿ ਮੈਂ ਸ਼ਰਮ ਨਾਲ ਡੁੱਬ ਕੇ ਮਰ ਕਿਉਂ ਨਹੀਂ ਗਿਆ। ਤੁਸੀਂ ਮੈਨੂੰ ਇੱਕ ਨਵੇਂ ਇਮਤਿਹਾਨ ਵਿੱਚ ਨਾ ਪਾਓ। ਮਾਂ, ਤੂੰ ਤਾਂ ਸੰਭਲ। ਯਾਦ ਕਰ ਉਹਨਾਂ ਦਿਨਾਂ ਨੂੰ ਜਦ ਤੂੰ ਚਾਚਾ ਅਜੀਤ ਸਿੰਘ ਨੂੰ ਆਪਣੇ ਹੱਥੀਂ ਤੋਰਿਆ ਸੀ। ਕਈ ਵਾਰ ਪਿਤਾ ਜੀ ਨੂੰ ਮੌਤ ਦੇ ਮੂੰਹ 'ਚ ਭੇਜਿਆ। ਚਾਚਾ ਸਵਰਨ ਸਿੰਘ ਦੀ ਲਾਸ਼, ਉਹਨਾਂ ਦੀ ਲਾਸ਼ ਵੀ ਤੂੰ ਆਪਣੇ ਇੰਨੀ ਹੱਥੀਂ ਸੰਭਾਲੀ ਸੀ। ਮਾਂ, ਹੁਣ ਤੂੰ ਮੇਰੇ ਵਾਰੀ ਡਰ ਕਿਉਂ ਗਈ ਹੈ? ਮਾਂ, ਤੂੰ ਸ਼ੇਰ ਪੁੱਤ ਦੀ ਮਾਂ, ਛੀਣੀਆਂ ਵਾਂਗ ਬੁੱਕ। ਮੈਨੂੰ ਆਖਦੇ ਛੀਣੀਆਂ ਵਾਂਗ ਬੁੱਕਾਂ, ਆਪ ਬੈਠ ਕਿਉਂ ਪੀਹਣ ਚੱਚੀਆਂ ਵੇ। ਇੱਕ ਵਾਰ ਤੂੰ ਜੇਲ੍ਹ ਤੋਂ ਬਾਹਰ ਆਵੇਂ, ਗੋਰੇ ਵਾਲੀਆਂ ਉਡਾਉਣੀਆਂ ਫੱਕੀਆਂ ਵੇ। ਮਾਂ, ਅਸੀਂ ਉਹਨਾਂ ਬਗਾਵਤਾਂ 'ਚ ਯਕੀਨ ਨਹੀਂ ਰੱਖਦੇ ਜਿਨ੍ਹਾਂ ਪਿੱਛੇ ਲੋਕਾਂ ਦੀ ਤਾਕਤ ਨਾ ਹੋਵੇ। ਅਜਿਹੀਆਂ ਬਗਾਵਤਾਂ
ਲੋਕਾਂ ਦਾ ਕੋਈ ਸਵਾਰਨ ਦੀ ਬਜਾਏ ਵਿਗਾੜਦੀਆਂ ਹੀ ਬਾਤਾਂ ਨੇ। ਸਾਡੀ ਕੁਰਬਾਨੀ ਲੋਕਾਂ ਨੂੰ ਤਿਆਰ ਕਰੂਗੀ ਮਾਂ। ਤੇ ਜਦੋਂ ਸਾਡੀ ਕੁਰਬਾਨੀ ਨੂੰ ਯਾਦ ਕਰਨਗੇ ਨਾ, ਉਹ ਉੱਠ ਖੜੇ ਹੋਣਗੇ ਤੇ ਸਾਮਰਾਜ ਦਾ ਨਾਮੋ ਨਿਸ਼ਾਨ ਮਿਟਾ ਦੇਣਗੇ ਮਾਂ। ਵੇ ਪੁੱਤ, ਮੈਂ ਤਾਂ ਸਾਰੀ ਉਮਰ ਆਹੀ ਕੁਝ ਸੁਣਦੀ ਆਈ ਆ, ਇਹੀ ਕੁਝ ਸਹਿੰਦੀ ਆਈ ਆ, ਪਰ ਹੁਣ ਕੀ ਕਰਾਂ? ਤੇਰੇ ਭਰੀ ਮੇਰਾ ਸਬਰ ਜਿਹਾ ਮੁੱਕ ਗਿਆ ਨਾ। ਮੈਨੂੰ ਇਹ ਤਾਂ ਦੱਸ, ਤੂੰ ਇੰਨਾ ਨਿਰਮੋਹਾ ਕਿਉਂ ਹੋਇਆ? ਨਿਰਮੋਹਾ ਤੇ ਮੈਂ ਮਾਂ, ਮੈਨੂੰ ਤਾਂ ਇਉਂ ਲੱਗਦਾ ਹੈ ਕਿ ਮੇਰੇ ਮੋਹ ਨੇ ਤੈਨੂੰ ਕੁਝ ਜ਼ਿਆਦਾ ਹੀ ਜਕੜ ਲਿਆ। ਮਾਂ, ਮੈਨੂੰ ਇਸ ਜ਼ਿੰਦਗੀ ਨਾਲ ਬੜਾ ਮੋਹ ਹੈ ਤੇ ਇਸੇ ਮੋਹ ਨੇ ਮੈਨੂੰ ਕੁਰਬਾਨੀ ਤੱਕ ਲੈ ਆਂਦਾ। ਇੱਥੋਂ ਦੇ ਲੋਕਾਂ ਨਾਲ ਮੈਨੂੰ ਇੰਨਾ ਮੋਹ ਆ ਮਾਂ ਕਿ ਮੈਂ ਇਹਨਾਂ ਨੂੰ ਦੁਖੀ ਤੇ ਗੁਲਾਮ ਨਹੀਂ ਵੇਖ ਸਕਦਾ। ਸੋਚਦਾ ਮਾਂ, ਇਹਨਾਂ ਲਈ ਕੁਝ ਕਰ ਜਾਵਾਂ। ਪੁੱਤ, ਇਹ ਕਿਹੜੀ ਉਮਰ ਦੀਆਂ ਉਦਾਸੀਆਂ ਨੇ? ਇਸੇ ਉਮਰੇ ਖਾਣ ਪੀਣ ਮੁਕਾ ਲਿਆ। 4 ਦਿਨ ਤਾਂ ਖੇਡਦਾ। ਗੁਲਾਮਾਂ ਦਾ ਜੀਣ ਵੀ ਕੋਈ ਜੀਣ ਹੁੰਦਾ ਮਾਂ। ਗਾਣਾ ਦੀ ਰੁੱਤੇ ਹਾਸਿਆਂ ਨੂੰ ਫੁੱਲ ਨਹੀਂ ਪੈਂਦੇ ਤੇ ਅਸੀਂ ਤਾਂ ਬਹਾਰਾਂ ਲਈ ਲੜ ਰਹੇ ਹਾਂ ਮਾਂ। ਹੁਣ ਤੂੰ ਸਾਨੂੰ ਹੱਸ ਕੇ ਤੋ। ਪਰ ਪੁੱਤ, ਮਾਵਾਂ ਮਰਵਾਉਣ ਲਈ ਤਾਂ ਨਹੀਂ ਪੁੱਤਰ ਜੰਮਦੀਆਂ। ਪੁੱਤ ਤਾਂ ਬੁਢਾਪੇ ਦਾ ਸਹਾਰਾ ਹੁੰਦੇ ਨੇ। ਇਹਨਾਂ ਹੱਥਾਂ ਨਾਲ ਪਾਲ ਪੋਸ ਕੇ ਤੈਨੂੰ ਕਿਵੇਂ ਕਹਿਣਾ ਕਿ ਚਲਿਆ ਜਾ? ਮਾਂ, ਤੂੰ ਯਾਦ ਕਰ ਉਸ ਕਰਤਾਰ ਸਰਾਬੇ ਨੂੰ ਜਿਹਨੇ 18 ਸਾਲ ਦੀ ਨਿੱਕੀ ਜਿਹੀ ਉਮਰੇ ਲੋਕਾਂ ਲਈ ਆਪਣਾ ਸਭ ਕੁਝ ਵਾਰਤਾ ਸੀ। ਪੁੱਤ, ਜੀਤਾ ਕਰਦਾ ਹੈ ਤੈਨੂੰ ਆਪਣੇ ਵਿੱਚ ਸਮੋ ਲਵਾਂ, ਛੁਪਾ ਲਵਾਂ, ਲੈ ਭੱਜਾਂ ਇੱਥੋਂ। ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ ਮਾਂ? ਜੇ ਅਸੀਂ ਚਾਹੁੰਦੇ ਤਾਂ ਕਿਹੜੀ ਜੇਲ੍ਹ ਸੀ ਜਿਹੜੀ ਸਾਨੂੰ ਡੱਕ ਸਕਦੀ? ਅਸੀਂ ਤਾਂ ਆਪੇ ਰਸਤਾ ਚੁਣਿਆ ਮਾਂ। ਹੁਣ ਸਾਨੂੰ ਹੱਸ ਕੇ ਦੋ। ਪਰ ਪੁੱਤ, ਕਿਵੇਂ ਰੋਕਾਂ? ਇਹਨਾਂ ਹੰਝੂਆਂ ਨੂੰ? ਦਿਲ ਤਕੜਾ ਕਰਨਾ। ਰੋਣ ਨੂੰ ਤਾਂ ਮੈਂ ਵੀ ਰੋ ਸਕਦਾ, ਪਰ ਜੇ ਇਹਨਾਂ ਅੱਖਾਂ 'ਚੋਂ ਇੱਕ ਵੀ ਹੰਝੂ ਡਿੱਗਿਆ ਤੈਨੂੰ ਤਾਂ ਪਤਾ ਹੀ ਆ ਨਾ ਮਾਂ ਕੀ ਹੋ ਜਾਊਗਾ। ਚੰਗਾ ਪੁੱਤ, ਹੁਣ ਨਹੀਂ ਰੋਂਦੀ। ਕੁੱਲ ਜਹਾਨ ਦੀਆਂ ਗੱਲਾਂ ਕਹਿਣ ਵਾਲਿਆ, ਕੁਝ ਗੱਲਾਂ ਆਪਣੇ ਪਰਿਵਾਰ ਬਾਰੇ ਵੀ ਕਰ ਲੈ। ਲੈ ਬੇਬੇ, ਸਾਰੇ ਜਹਾਨ 'ਚ ਮੇਰਾ ਪਰਿਵਾਰ ਵੀ ਤਾਂ ਆਉਂਦਾ। ਸੱਚ ਬੇਬੇ, ਬਾਬਾ ਜੀ ਤਾਂ ਕਾਫੀ ਬਜ਼ੁਰਗ ਹੋ ਗਏ ਹੋਣਗੇ, ਬੜਾ ਮੋਹ ਕਰਦੇ ਸੀ ਮੇਰੇ ਨਾਲ। ਸ਼ਾਇਦ ਮੇਥੋਂ ਬਾਅਦ 'ਚ ਬਹੁਤੀ ਦੇਰ ਨਾ ਜਿਉ ਸਕਣ। ਹੁਣ ਤੁਸੀਂ ਉਹਨਾਂ ਕੋਲੇ ਜਾ ਕੇ ਬੰਗੇ ਹੀ ਰਹੋ। ਠੀਕ ਆ ਪੁੱਤ, ਕੋਈ ਹੋਰ ਗੱਲ ਵੀ ਕਰ ਲੈ। ਤੈਨੂੰ ਇੱਕ ਗੱਲ ਦੱਸਾਂ ਮੈਂ, ਜੇਲ੍ਹ 'ਚ ਇੱਥੇ ਆ ਕੇ ਮੇਰਾ ਭਾਰ ਵੱਧ ਗਿਆ। ਮੈਨੂੰ ਇਹਦਾ ਕੀ ਪਾ? ਕੋਈ ਹੋਰ ਗੱਲ ਕਰ ਪੁੱਤ। ਮਾਂ, ਜੇ ਚਾਚਾ ਅਜੀਤ ਸਿੰਘ ਮੁੜਿਆ ਹੋਣ ਨਾ, ਉਹਨਾਂ ਨੂੰ ਮੇਰਾ ਪਿਆਰ ਤੇ ਸਤਿਕਾਰ ਦੇਣਾ ਤੇ ਉਹਨਾਂ ਨੂੰ ਆਖੀ ਕਿ ਤੁਹਾਡੇ ਪਾਏ ਰਸਤਿਆਂ ਤੋਂ ਲੰਘਿਆ ਤੇ ਮੌਤ ਤੇ ਮੂਹਰੇ ਵੇਖ ਕੇ ਭੋਰਾ ਵੀ ਨਹੀਂ ਥੜਕਿਆ। ਪੁੱਤ, ਜੀਤਾ ਕਰਦਾ ਹੈ ਤੇਰੇ ਨਾਲ ਗੱਲਾਂ ਕਰੀ ਜਾਵਾਂ, ਤੇਰੇ ਬੋਲ ਸੁਣੀ ਜਾਵਾਂ। ਮੈਨੂੰ ਪਤਾ ਮਾਂ, ਮੈਂ ਪਰਿਵਾਰ ਲਈ ਬਹੁਤਾ ਕੁਝ ਨਹੀਂ ਕਰ ਸਕਿਆ, ਪਰ ਤੁਸੀਂ ਹੌਸਲਾ ਰੱਖਿਓ ਤੇ ਕੁਲਤਾਰ ਤੇ ਕੁਲਬੀਰ ਨੂੰ, ਉਹਨਾਂ ਨੂੰ ਵੀ ਇਸੇ ਰਸਤੇ ਤੇ ਤੋਰਿਓ ਤੇ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਇਕੱਠੇ ਮਿਲ ਕੇ ਰਹੇ। ਚੰਗਾ ਪੁੱਤ, ਤੇਰੀ ਹਰ ਗੱਲ ਮੰਨਾਂਗੇ। ਸਰਦਾਰ ਭਗਤ ਸਿੰਘ, ਮੁਲਾਕਾਤ ਦਾ ਸਮਾਂ ਖਤਮ ਹੋ ਗਿਆ ਹੈ। ਮੁਲਾਕਾਤ ਦਾ ਸਮਾਂ ਖਤਮ ਹੋ ਗਿਆ ਮਾਂ, ਤੂੰ ਮੇਰੀ ਆਖਰੀ ਗੱਲ ਸੁਣ ਕੇ ਜਾ। ਛੇਤੀ ਰਸ ਪੁੱਤ।
ਮੇਰੀ ਤੈਨੂੰ ਇੱਕ ਬੇਨਤੀ ਆ ਮਾਂ ਕਿ ਤੂੰ ਲਾਸ਼ ਲੈਣ ਨਾ ਆਏ। ਜੇ ਤੂੰ ਲਾਸ਼ ਲੈਣ ਆਏਗੀ ਤਾਂ ਇਸੇ ਤਰ੍ਹਾਂ ਰੋ ਪਵੇਂਗੀ ਤੇ ਫਿਰ ਲੋਕ ਕੀ ਕਹਿਣਗੇ ਕਿ ਭਗਤ ਸਿੰਘ ਦੀ ਮਾਂ ਰੋ ਰਹੀ ਹੈ। ਸ਼ਾਇਦ ਤੂੰ ਲਾਸ਼ ਨੂੰ ਦੇਖ ਕੇ ਬੇਹੋਸ਼ ਹੋ ਜਾਏ ਮਾਂ। ਲੋਕੀ ਤੈਨੂੰ ਸੰਭਾਲਣਗੇ ਕਿ ਲਾਸ਼ ਨੂੰ। ਮਾਂ ਤੂੰ ਕੁਲਬੀਰ ਨੂੰ ਭੇਜ। ਤੂੰ ਮੇਰੀ ਚਿੰਤਾ ਛੱਡ ਦੇ ਪੁੱਤ, ਮੈਨੂੰ ਕੁਝ ਨਹੀਂ ਹੁੰਦਾ। ਮੈਂ ਤਾਂ ਹਾਲੇ ਵੀ ਤੈਨੂੰ ਇਹੋ ਕਹਾਂਗੀ, ਚੁੱਕ ਚੁੱਕ ਜੀਵੇ ਜਵਾਨੀਆਂ ਮਾਣੇ। ਮਾਂ ਮੈਂ ਜੁਗ ਜੁਗ ਵੀ ਜੀਵਾਂਗਾ ਤੇ ਸਦਾ ਹੀ ਜਵਾਨ ਰਹਾਂਗਾ ਮਾਂ। ਨੀ ਤੂੰ ਵਾਰ ਦੇ ਪੁੱਤ ਨੂੰ ਖਿੜੇ ਮੱਥੇ, ਮੁੱਕ ਜਾਏਗਾ ਦੇਸ਼ ਦਾ ਕੋਹੜ ਮਾਏ। ਸਾਨੂੰ ਪਾਉਣ ਦੇ ਮਾਣ ਸ਼ਹੀਦੀਆਂ ਦਾ, ਸਾਨੂੰ ਹੱਸਦਿਆਂ ਹੱਸਦਿਆਂ ਟੋਰ ਮਾਏ। ਸਾਨੂੰ ਹੱਸਦਿਆਂ ਹੱਸਦਿਆਂ ਟੋਰ ਮਾਏ। ਭਗਤ ਸਿੰਘ ਆਪ ਜੀ ਨੂੰ ਆਪ ਜੀ ਦੇ ਵਕੀਲ ਪ੍ਰਾਣਨਾਥ ਮਹਿਤਾ ਮਿਲਣ ਆਏ ਨੇ। आगे मेहता साहब ले इनकलाबी लेने जी आ लवो। बहुत बहुत शुक्रिया। मैं तो बड़ी बेसब्री नाल इंतजार कर रहा सी। ਤੇ ਉਧਰ ਜੇਲ੍ਹ ਦੇ ਦਰਵਾਜ਼ੇ ਤੇ ਸਾਰਾ ਟੱਬਰ ਮਿਲਣ ਲਈ ਬੇਤਾਬ ਖੜਾ ਤੇ ਜੇਲ੍ਹ ਅਧਿਕਾਰੀ ਕਿਸੇ ਸੂਰਤ 'ਚ ਨਹੀਂ ਮੰਨ ਰਹੇ। पर मैं तो उन्होंने पहले ही कहता सी कि दोबारा मिलना आउण, इस मुलाकात नूं आखिरी मुलाकात ही समझण। ਚਲੋ ਛੱਡੋ, ਮੈਨੂੰ ਪਤਾ ਹੈ ਕਿ ਫਾਂਸੀ ਦਾ ਸਮਾਂ ਹੁਣ ਨੇੜੇ ਆ ਗਿਆ ਤੇ ਤੁਸੀਂ ਲੈਣਨ ਪਾਉਣ ਲਈ ਬਹੁਤ ਉਤਾਵਲੇ ਹੋ। हाँ ਪਰ ਕੀ ਇਹਨਾਂ ਆਖਰੀ ਘੜੀਆਂ 'ਚ ਮੈਂ ਤੁਹਾਨੂੰ ਕੁਝ ਪੁੱਛ ਸਕਦਾ? हाँ जरूर, पर जो भी पूछना है ना जरा जल्दी जल्दी पूछो। अज मैं सारा दिन लैनन नाल बिताना चाहुंदा। ਠੀਕ ਹੈ, ਜਿਵੇਂ कि ਹੁਣ ਆਖਰੀ ਸਮਾਂ ਨੇੜੇ ਆ ਗਿਆ ਭਗਤ ਸਿੰਘ, ਕੀ ਤੁਹਾਨੂੰ ਫਾਂਸੀ ਤੋਂ ਡਰ ਨਹੀਂ ਲੱਗ ਰਿਹਾ? नहीं ते बिल्कुल भी नहीं, क्योंकि सानू पता सी कि फांसी तो साडे काम दा कुदरती नतीजा है। पर जे दिल च कोई रंज है ना तो वो ये है मेहता साहब कि जो असी लोकां लई करना चाहुंदे सी ਉਹਦਾ 1000ਵਾਂ ਹਿੱਸਾ ਵੀ ਪੂਰਾ ਨਹੀਂ ਕਰ ਸਕੇ, ਤੇ ਜੇ ਜਿਉਂਦੇ ਰਹਿਣ ਦਾ ਮੌਕਾ ਮਿਲਦਾ ਤਾਂ ਜ਼ਰੂਰ ਪੂਰਾ ਕਰਦੇ। ਮਹਿਤਾ ਸਾਹਿਬ, ਉੱਬੜ ਖਾਬੜ ਰਸਤਿਆਂ ਤੋਂ ਤਸ਼ੱਦਦ ਤੇ ਪਾਬੰਦੀਆਂ ਦੇ ਬਾਵਜੂਦ ਅਸੀਂ ਹਮੇਸ਼ਾ ਇਨਕਲਾਬ ਦੀ ਆਵਾਜ਼ ਨੂੰ ਉੱਚਾ ਚੱਕੀ ਰੱਖਿਆ ਤੇ ਕੱਲ ਫਾਂਸੀ ਦੇ ਤਖਤੇ ਤੋਂ ਅਸੀਂ ਇਹੋ ਆਵਾਜ਼ ਦਿੰਦੇ ਰਹਾਂਗੇ। ਤੁਸੀਂ ਨੌਜਵਾਨਾਂ ਨੂੰ ਸਾਡਾ ਇੱਕ ਸੁਨੇਹਾ ਦਿਓ, ਉਹਨਾਂ ਨੂੰ ਆਖਿਓ ਕਿ ਉਹ ਵੀ ਇਸੇ ਰਸਤੇ ਤੇ ਤੁਰਨ। ਜ਼ਰੂਰ ਭਗਤ ਸਿੰਘ। ਅੱਜ ਨੌਜਵਾਨਾਂ ਨੂੰ ਅਸੀਂ ਬੰਬ ਜਾਂ ਪਿਸਤੌਲ ਚੱਕਣ ਦੀ ਸਲਾਹ ਨਹੀਂ ਦਿੰਦੇ। ਅੱਜ ਤਾਂ ਨੌਜਵਾਨਾਂ ਅੱਗੇ ਕਰਨ ਲਈ ਵਡੇਰੇ ਕੰਮ ਪਏ। ਅੱਜ ਤਾਂ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਇਨਕਲਾਬ ਦਾ ਸੁਨੇਹਾ ਲੈ ਕੇ ਜਾਣ ਦੀ ਲੋੜ ਹੈ। ਜ਼ਰੂਰ ਭਗਤ ਸਿੰਘ।
ਬਈ ਕੀ ਗੱਲ, ਨਾ ਕੋਈ ਦੁਆ ਤੇ ਨਾ ਕੋਈ ਸਲਾਮ, ਆਉਂਦੇ ਹੀ ਘੱਟਾ ਉਡਾਉਣ ਲੱਗ ਪਿਆ। ਰਹਿਣ ਦੇ ਸਰਦਾਰਾ, ਅੱਜ ਮੈਨੂੰ ਨਾ ਬੁਲਾ ਤੂੰ। ਤਾਂ ਯਾਰ ਜਮੀ ਜਵਾਕਾਂ ਵਾਂਗੂ ਰੁੱਸ ਗਿਆ। ਨਾ ਰੁੱਸ ਗਿਆ ਮੈਂ, ਬਸ ਐਵੇਂ ਮੈਨੂੰ ਨਾ ਬੁਲਾ ਦੇ। ਬਈ ਦੇਖ, ਜੇ ਸਾਡੇ ਕੋਲ ਕੋਈ ਗਲਤੀ ਹੋ ਗਈ ਤਾਂ ਮੈਂ ਉਹ ਗਲਤੀ ਤਾਂ ਮੇਰੇ ਕੋਲ ਹੋ ਗਈ, ਤੂੰ ਬਸ ਅੱਜ ਨਾ ਹੀ ਬੁਲਾ ਮੈਨੂੰ। ਬਈ ਕਿਸੇ ਗੱਲ ਦਾ ਪਤਾ ਵੀ ਤਾਂ ਲੱਗੇ। ਸਰਦਾਰਾ, ਉਹ ਜਿਉਂ ਜਿਉਂ ਤੂੰ ਮੇਰੇ ਨਾਲ ਇਹ ਮਿੱਠੀਆਂ ਮਿੱਠੀਆਂ ਮਾਰਨੀਆਂ ਨਾ, ਓਏ ਸਹੁੰ ਗੁਰੂ ਦੀ, ਤੂੰ ਤਾਂ ਮੈਨੂੰ ਕਾਸੇ ਜੋਗਾ ਨਹੀਂ ਛੱਡਣਾ ਓਏ। ਜੇ ਮੈਥੋਂ ਕੋਈ ਉੱਚੀ ਨੀਵੀਂ ਕਹੀ ਗਈ ਨਾ ਤਾਂ ਮੈਨੂੰ ਮਾਫ ਕਰ। ਓਏ ਇਸੇ ਦਾ ਤਾਂ ਦੁੱਖ ਹੈ। ਹੋ ਜੇ ਤੂੰ ਕੋਈ ਉੱਚੀ ਨਹੀਂ ਆਖਦਾ ਤਾਂ ਤੇਰੇ ਨਾਲ ਇੰਨਾ ਮੋਹ ਨਾ ਪੈਂਦਾ ਸਰਦਾਰਾ। ਤੈਨੂੰ ਪਤਾ ਹੋ ਜਦੋਂ ਤੂੰ ਕੱਲ ਨੂੰ ਇਸ ਕੋਠੜੀ 'ਚ ਨਹੀਂ ਹੋਣਾ ਨਾ, ਤਾਂ ਉਹ ਮੇਰੇ ਤੇ ਕੀ ਬੀਤਣੀ ਹੈ। ਲੋ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ, ਵੀ ਇਹ ਵੀ ਕੋਈ ਗੱਲ ਹੋਈ? ਤੇਰੇ ਲਈ ਤਾਂ ਕਾਹਨੂੰ ਕੋਈ ਗੱਲ ਹੋਈ। ਮੈਨੂੰ ਤਾਂ ਲੱਗਦਾ ਕਿ ਨਾ ਕੋਈ ਤੇਰਾ ਪਰਿਵਾਰ ਹੈ ਤੇ ਨਾ ਕੋਈ ਤੇਰਾ ਰਿਸ਼ਤੇਦਾਰ। ਲੈ, ਮੇਰਾ ਕੋਈ ਪਰਿਵਾਰ ਤੇ ਰਿਸ਼ਤੇਦਾਰ ਕਿਉਂ ਨਹੀਂ ਬਈ? ਬੁੱਗਿਆ, ਇਹਨਾਂ ਸ਼ਹੀਦਾਂ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ। ਸਾਡਾ ਖੂਨ ਇੱਕੇ ਪਾਸਿਓਂ ਆਇਆ ਹੈ ਤੇ ਇੱਕੇ ਪਾਸੇ ਨੂੰ ਵਹਿ ਤੁਰਨਾ। ਤੇ ਨਾਲੇ ਗਦਰੀ ਬਾਬੇ, ਇਹ ਗਦਰੀ ਬਾਬੇ ਸਾਰੇ ਮੇਰਾ ਪਰਿਵਾਰ ਹੀ ਤਾਂ ਨੇ। ਤੇਰੀਆਂ ਬਸ ਆਹੀ ਮਿੱਠੀਆਂ ਮਿੱਠੀਆਂ ਗੱਲਾਂ ਹੋ ਮੇਰੇ ਵਰਗੇ ਨੂੰ ਮੂੰਹ ਦੇ ਤੰਦਾਂ 'ਚ ਜਕੜ ਲੈਂਦੀਆਂ। ਸਰਦਾਰਾ ਵੇਖ, ਬੰਦਾ ਤਾਂ ਮੈਂ ਬਹੁਤ ਗਰੀਬੜਾ, ਪਰ ਮੇਰੇ ਲਾਇਕ ਜੋ ਵੀ ਸੇਵਾ ਹੋਈ ਨਾ ਤਾਂ ਦੱਸੀ ਜ਼ਰੂਰ। ਬਈ ਸੇਵਾ ਤਾਂ ਇੱਕ ਹੈ, ਪਰ ਜੇ ਪੂਰੀ ਕਰੇ ਤਾਂ। ਤੂੰ ਸਰਦਾਰਾ ਇੱਕ ਵਾਰੀ ਮੂੰਹੋਂ ਬੋਲ ਬਸ। ਜੇ ਮੇਰੇ ਵੱਸ ਦੀ ਹੋਈ ਤਾਂ। ਤੇਰੇ ਵੱਸ ਦੀ ਵੀ ਹੈ, ਪਰ ਗੱਲ ਤਾਂ ਬਣੂ ਜੇ ਪਹਿਲੀ ਵਾਰ ਹਾਂ ਕਰ ਦੇ। ਹੋ ਸਰਦਾਰਾ, ਤੂੰ ਇੱਕ ਵਾਰੀ ਆਖ ਸਹੀ ਬਸ। ਬੇਬੇ, ਮੈਨੂੰ ਆਪਣੇ ਇਹਨਾਂ ਹੱਥਾਂ ਦੀ ਬਣੀ ਹੋਈ ਰੋਟੀ ਖਵਾ ਦੇ ਇੱਕ ਵਾਰ। ਸਰਦਾਰਾ, ਸ਼ਾਮੀ ਆਇਆ ਨਾ ਮੈਂ ਡਿਊਟੀ ਤੇ ਤਾਂ ਤੇਰੇ ਲਈ ਪੱਕਾ ਲੈ ਕੇ ਆਉਂ ਮੈਂ ਤੇਰੇ ਲਈ। ਭਗਤ ਸਿੰਘ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ, ਫਾਂਸੀ ਦਾ ਹੁਕਮ ਆ ਗਿਆ ਹੈ। ਤੁਸੀਂ ਤਿਆਰ ਹੋ ਜਾਓ। ਹੈਰੋ ਖਾਨ ਸਾਹਿਬ, ਇੱਕ ਇਨਕਲਾਬੀ ਦੂਸਰੇ ਇਨਕਲਾਬੀ ਨੂੰ ਮਿਲ ਰਿਹਾ। ਚਲੋ ਚੱਲਦੇ ਹਾਂ, ਪਰ ਫਾਂਸੀ ਦਾ ਸਮਾਂ ਭਲਾ ਸਵੇਰ ਦਾ ਨਹੀਂ ਹੁੰਦਾ? ਅੰਗਰੇਜ਼ਾਂ ਦੇ ਰਾਜ ਵਿੱਚ ਕਦੇ ਵੀ ਸ਼ਾਮ ਨਹੀਂ ਹੁੰਦੀ ਭਗਤ ਸਿੰਘ। ਖਾਨ ਸਾਹਿਬ, ਹੋਵੇਗੀ ਤੇ ਇੱਕ ਦਿਨ ਜ਼ਰੂਰ ਹੋਵੇਗੀ। ਅੰਗਰੇਜ਼ਾਂ ਦੇ ਰਾਜ 'ਚ ਸ਼ਾਮ ਹੀ ਨਹੀਂ ਹੋਵੇਗੀ, ਬਲਕਿ ਉਹਨਾਂ ਦਾ ਸੂਰਜ ਇੱਕ ਦਿਨ ਡੁੱਬ ਜਾਵੇਗਾ। ਭਗਤ ਸਿੰਘ,
ਤੁਸੀਂ ਇਸ਼ਨਾਨ ਕਰਕੇ ਇਹ ਕਾਲੇ ਕੱਪੜੇ ਪਹਿਨ ਕੇ ਤਿਆਰ ਹੋ ਜਾਵੋ। ਖਾਨ ਸਾਹਿਬ ਇਹ ਕਾਲੇ ਕੱਪੜੇ ਅਸੀਂ ਨਹੀਂ ਪਹਿਨਾਂਗੇ। ਕਿਉਂ ਨਹੀਂ ਪਹਿਨੋਗੇ? ਉਹ ਇਹੀ ਤਾਂ ਜੇਲ੍ਹ ਦਾ ਦਸਤੂਰ ਹੈ ਭਗਤ ਸਿੰਘ। ਸਾਡੀ ਇੱਕ ਹੋਰ ਵੀ ਇੱਛਾ ਹੈ ਕਿ ਅਸੀਂ ਬਿਨਾਂ ਹੱਥ ਕੜੀਆਂ ਤੋਂ ਫਾਂਸੀ ਦੇ ਤਖਤੇ ਤੱਕ ਚੱਲ ਕੇ ਆਪ ਜਾਈਏ ਤੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਆਪਣੇ ਗਲ 'ਚ ਪਾਈਏ। ਅਜ਼ੀਜ਼ ਭਗਤ ਸਿੰਘ, ਮੇਰੇ ਬੀਵੀ ਬੱਚਿਆਂ ਦਾ ਜਰਾ ਖਿਆਲ ਕਰੋ। ਮੇਰੀ ਨੌਕਰੀ ਚਲੇ ਜਾਵੇਗੀ। ਸਰਕਾਰ ਤਾਂ ਪਹਿਲੇ ਹੀ ਮੇਰੇ ਤੋਂ ਖਫਾ ਖੂਨ ਹੋਈ ਫਿਰਦੀ ਏ। ਤੁਸੀਂ ਇਹ ਕੱਪੜੇ ਪਹਿਨ ਲਓ। ਚਲੋ ਤੁਹਾਡੇ ਕਹਿਣ ਤੇ ਇਹ ਕੱਪੜੇ ਤਾਂ ਅਸੀਂ ਪਹਿਨ ਲੈਂਦੇ ਹਾਂ, ਪਰ ਇਹ ਕੰਟੋਪ ਨਹੀਂ ਅਸੀਂ ਪਹਿਨਾਂਗੇ। ਭਗਤ ਸਿੰਘ, ਤੁਸੀਂ ਮੇਰੀ ਗੱਲ ਸਮਝਣ ਦਾ ਯਤਨ ਕਰੋ। ਮੈਂ ਇਸ ਹਾਲਤ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਅੱਗੇ ਤੁਹਾਨੂੰ ਨਹੀਂ ਲੈ ਕੇ ਜਾ ਸਕਦਾ। ਉਹ ਮੈਨੂੰ ਨਹੀਂ ਬਖਸ਼ਣਗੇ। ਖਾਨ ਸਾਹਿਬ, ਡਿਪਟੀ ਕਮਿਸ਼ਨਰ ਸਾਹਿਬ ਤਾਂ ਸਗੋਂ ਖੁਸ਼ ਹੋਣਗੇ ਜਦੋਂ ਉਹ ਦੇਖਣਗੇ ਕਿ ਭਾਰਤ ਦੇ ਇਨਕਲਾਬੀ ਆਪਣੇ ਟੀਚਿਆਂ ਲਈ ਕਿਵੇਂ ਫਾਂਸੀ ਦੇ ਰੱਸੇ ਤੇ ਝੂਲ ਜਾਂਦੇ ਨੇ। ਭਗਤ ਸਿੰਘ, ਫਾਂਸੀ ਦਾ ਸਮਾਂ ਹੋ ਚੱਲਿਆ ਏ। ਹੁਣ ਚੱਲਿਆ ਜਾਵੇ। ਜ਼ਰੂਰ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਸਰਦਾਰ ਕਿੱਥੇ ਗਿਆ? ਸਰਦਾਰ ਕਿੱਥੇ ਗਿਆ? ਉਹ ਹੋ ਗਿਆ। ਕੀ ਕਰੀ ਜਾਂਦਾ? ਛੇਤੀ ਬਾਹਰ ਨਿਕਲ, ਮੈਂ ਕੋਠੀ ਨੂੰ ਜਿੰਦਰਾ ਮਾਰਨਾ ਹੈ। ਉਹ ਸਰਦਾਰ ਕਿੱਥੇ ਗਿਆ? ਮੈਂ ਉਤਲੀ ਰੋਟੀ ਲੈ ਕੇ ਆਇਆ ਸੀ। ਤੂੰ ਬੜੀ ਦੇਰ ਕਰਤੀ ਹੋ ਗਿਆ। ਓਏ ਉਹ ਤਾਂ ਕਦੋਂ ਦਾ ਜਾ ਚੁੱਕਿਆ। ਹੋ ਨਹੀਂ मेरी मौत ते ना रोयो, मेरी सोच नूं बचायो, मेरे लहू दा केसर तेज ना रुलायो। ਹੁਣ ਰੋਣ ਨਾਲ ਕੁਝ ਨਹੀਂ ਹੋਣਾ। ਹੁਣ ਰੋਣ ਨਾਲ ਕੁਝ ਨਹੀਂ ਹੋਣਾ। ਉਹ ਜਿਵੇਂ ਤੂੰ ਕਹਿੰਦਾ ਸੀ ਨਾ ਭਗਤ ਸਿੰਘ, ਉਹ ਇਨਕਲਾਬ ਦਾ ਸੁਨੇਹਾ ਘਰ ਘਰ ਤੱਕ ਲੈ ਕੇ ਜਾਣਾ ਪਊ ਤੇ ਉਹ ਕੰਮ ਮੈਂ ਕਰੂੰਗਾ। ਉਹ ਕੰਮ ਬੋਗਾ ਕਰੇਗਾ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਏਸੀ ਦਸਤਕ ਮੰਚ ਦੀ ਪੇਸ਼ਕਾਰੀ ਨਾਟਕ ਛਿਪਣ ਤੋਂ ਪਹਿਲਾਂ